ਮੌਰਗੇਜ ਲੈਣ ਦੀ ਵਾਰੀ ਆਉਂਦੀ ਆ ਉਹਦੇ ਲਈ ਕੋਈ ਵੀ ਇੱਕ ਸਾਈਜ਼ ਨਹੀਂ ਹੈਗਾ ਜਿਹੜਾ ਸਾਰਿਆਂ ਨੂੰ ਫਿੱਟ ਆ ਜਾਵੇ। ਸੋ ਸਾਰਿਆਂ ਦੀਆਂ ਰਿਕੁਆਇਰਮੈਂਟਸ ਵੱਖਰੀਆਂ ਨੇ। ਖਾਸ ਤੌਰ ਤੇ ਉਹ ਲੋਕ ਜਿਹੜੇ ਏਸ਼ੀਅਨ ਮੁਲਕਾਂ ਚੋਂ ਆਏ ਨੇ, ਉਹ ਘਰਾਂ ਚੋਂ ਹੀ ਆਏ ਨੇ, ਉਹਨਾਂ ਕੋਲ ਬਹੁਤ ਅੱਛੇ ਘਰ, ਅੱਛੀਆਂ ਜ਼ਮੀਨਾਂ ਤੇ ਉਹ ਛੱਡ ਕੇ ਆਏ ਨੇ। ਇਸ ਕਰਕੇ ਉਹਨਾਂ ਦੇ ਮਨ 'ਚ ਹੁੰਦਾ ਕਿ ਅਸੀਂ ਇਸ ਕੰਟਰੀ ਵਿੱਚ ਵੀ ਆਪਣਾ ਘਰ ਲਈਏ। ਜਦੋਂ ਆਪਾਂ ਘਰ ਲੈਂਦੇ ਹਾਂ ਤਾਂ ਉਹਦੇ ਇੰਸ਼ੋਰੈਂਸ ਕਰਾਉਣਾ ਹੁੰਦਾ ਜ਼ਰੂਰੀ, ਕਿਉਂਕਿ ਜਦ ਤੱਕ ਆਪਾਂ ਘਰ ਦਾ ਫਾਇਰ ਇੰਸ਼ੋਰੈਂਸ ਨਹੀਂ ਕਰਾ ਲੈਂਦੇ ਸਾਨੂੰ ਬੈਂਕਾਂ ਲੋਨ ਨਹੀਂ ਦਿੰਦੀਆਂ, ਮੌਰਗੇਜ ਨਹੀਂ ਦਿੰਦੀਆਂ। ਬੈਂਕ ਆਫ ਕੈਨੇਡਾ ਨੇ ਕੱਲ੍ਹ ਹੀ ਪ੍ਰੈਸ ਕਾਨਫਰੰਸ ਕੀਤੀ ਹੈ। ਲੱਗਦਾ ਸੀ ਕਿ ਜਿਹੜੇ ਬੈਂਕ ਆਫ ਕੈਨੇਡਾ ਦਾ ਇੰਟਰਸਟ ਰੇਟ ਆ ਉਹ ਵਧੇਗਾ। ਅੱਜ ਦੀ ਡੇਟ ਦੇ ਵਿੱਚ ਜਿਵੇਂ ਤੁਸੀਂ ਦੱਸਿਆ 2.45 ਪ੍ਰਾਈਮ ਰੇਟ ਹੈ ਜਿਹੜਾ ਕਿ ਕੈਨੇਡਾ ਦਾ, ਹਾਂਜੀ ਮੌਰਗੇਜ ਦਾ ਇੰਟਰਸਟ ਰੇਟ। ਭਾਵੇਂ ਸਾਡੀ ਸਰਕਾਰ ਨਵੀਂ ਬਣੀ ਸੀ ਉਦੋਂ ਵੀ ਇਹ ਪ੍ਰੋਮਿਸ ਹੋਈ ਸੀ ਅਸੀਂ ਯੂਨਿਟਸ ਬਣਾਵਾਂਗੇ, ਇਹ ਕਰਾਂਗੇ। ਸੋ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਤੇ ਮਹਿੰਗਾਈ ਵੀ ਨਾਲ ਚੱਲ ਰਹੀ ਹੈ। 5 ਸਾਲ ਦੀ ਟਰਮ ਦਾ ਮਤਲਬ ਹੈ ਕਿ ਜਿਹੜਾ ਤੁਹਾਨੂੰ ਵਿਆਜ ਦਰ ਅੱਜ ਦਿੱਤੀ ਜਾ ਰਹੀ ਹੈ ਉਹ 5 ਸਾਲ ਲਈ ਫਿਕਸ ਹੋ ਗਈ ਹੈ। ਇਹ ਨਾ ਵਧੇਗੀ ਤੇ ਨਾ ਘਟੇਗੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਫਿਰ ਤੋਂ ਕਰਾਂਗੇ ਮੌਰਗੇਜ ਦੇ ਬਾਰੇ। ਜਦੋਂ ਮੌਰਗੇਜ ਦੀ ਗੱਲ ਆਉਂਦੀ ਹੈ ਨਾ, ਇੰਡਸਟਰੀ ਦੇ ਵਿੱਚ ਬਹੁਤ ਕੁਝ ਹੋ ਰਿਹਾ ਤੇ ਜਦੋਂ ਮੌਰਗੇਜ ਲੈਣ ਦੀ ਵਾਰੀ ਆਉਂਦੀ ਆ ਉਹਦੇ ਲਈ ਕੋਈ ਵੀ ਇੱਕ ਸਾਈਜ਼ ਨਹੀਂ ਹੈਗਾ ਜਿਹੜਾ ਸਾਰਿਆਂ ਨੂੰ ਫਿੱਟ ਆ ਜਾਵੇ। ਸੋ ਸਾਰਿਆਂ ਦੀਆਂ ਰਿਕੁਆਇਰਮੈਂਟਸ ਵੱਖਰੀਆਂ ਨੇ, ਸਾਰਿਆਂ ਦੀਆਂ ਜਿਹੜੀਆਂ ਡੀਟੇਲਸ ਨੇ ਉਹ ਵੱਖਰੀਆਂ ਨੇ। ਹਰ ਕਿਸੇ ਦੀ ਜਿਹੜੀ ਆਪਣੀ ਚੋਇਸ ਹੈਗੀ ਹੈ, ਪਰ ਉਹਦੇ ਵਿੱਚ ਮੌਰਗੇਜ ਇੰਡਸਟਰੀ ਦੇ ਵਿੱਚ ਇੰਟਰਸਟ ਰੇਟ ਬਹੁਤ ਵੱਡਾ ਰੋਲ ਅਦਾ ਕਰਦਾ। ਕਈ ਤਰ੍ਹਾਂ ਦਾ ਇੰਟਰਸਟ ਰੇਟ ਕਿਸ ਤਰ੍ਹਾਂ ਦੇ ਨਾਲ ਇਫੈਕਟ ਕਰ ਰਿਹਾ, ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਕੀਮਤਾਂ ਨੇ ਉਹ ਵੱਧ ਸਕਦੀਆਂ ਨੇ, ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਇਫੈਕਟ ਕਰ ਸਕਦੀਆਂ ਨੇ ਜਾਂ ਘਟ ਸਕਦੀਆਂ ਨੇ, ਕਿਸ ਤਰ੍ਹਾਂ ਦੇ ਨਾਲ ਮਾਰਕੀਟ ਕੰਮ ਕਰ ਰਹੀ ਹੈ, ਮੌਰਗੇਜ ਕਿਸ ਤਰ੍ਹਾਂ ਦੇ ਨਾਲ ਕੰਮ ਕਰ ਰਹੀ ਹੈ। ਹਰ ਵਾਰ ਦੀ ਤਰ੍ਹਾਂ ਅੱਜ ਸਟੂਡੀਓ ਦੇ ਵਿੱਚ ਇਨਫੋਰਮੇਸ਼ਨ ਦੇਣ ਦੇ ਲਈ ਪਹੁੰਚੇ ਹੋਏ ਨੇ ਮਿਸਟਰ ਵਿਨੇ ਸ਼ਰਮਾ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸ਼ਰਮਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਸ਼ ਜੀ, ਤੁਹਾਨੂੰ ਔਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਮੌਰਗੇਜ ਜਿਵੇਂ ਤੁਸੀਂ ਕਿਹਾ ਡੈਫੀਨੇਟਲੀ ਬੜਾ ਇੰਟਰਸਟਿੰਗ ਵਿਸ਼ਾ ਆ ਔਰ ਜ਼ਰੂਰੀ ਵਿਸ਼ਾ ਵੀ ਆ, ਕਿਉਂਕਿ ਹਰ ਇੱਕ ਇਨਸਾਨ ਜਿਹੜਾ ਕੈਨੇਡਾ 'ਚ ਆਇਆ ਉਹ ਇੱਕ ਬੈਟਰ ਲਾਈਫ ਕਰਨ ਵਾਸਤੇ ਆਇਆ। ਤੇ ਜਦੋਂ ਆਪਾਂ ਬੈਟਰ ਲਾਈਫ ਕਰਦੇ ਹਾਂ ਤੇ ਬੈਟਰ ਲਾਈਫ ਦੇ ਵਿੱਚ ਘਰ, ਕਾਰਾਂ, ਜ਼ਮੀਨ ਜਾਇਦਾਦ, ਕੱਪੜੇ, ਖਾਣਾ, ਰਹਿਣਾ ਸਹਿਣਾ, ਪਰਿਵਾਰ, ਸਾਰੇ ਕੁਛ ਆ ਜਾਂਦਾ। ਔਰ ਸਾਰਾ ਕੁਛ ਜਿਹੜਾ ਹੈ ਘਰ ਦੇ ਆਲੇ ਦੁਆਲੇ ਘੁੰਮਦਾ ਜੀ। ਤੇ ਹਰੇਕ ਨੇ ਘਰ ਲੈਣਾ। ਖਾਸ ਤੌਰ ਤੇ ਉਹ ਲੋਕ ਜਿਹੜੇ ਏਸ਼ੀਅਨ ਮੁਲਕਾਂ ਚੋਂ ਆਏ ਨੇ, ਉਹ ਘਰਾਂ ਚੋਂ ਹੀ ਆਏ ਨੇ, ਉਹਨਾਂ ਕੋਲ ਬਹੁਤ ਅੱਛੇ ਘਰ, ਅੱਛੀਆਂ ਜ਼ਮੀਨਾਂ ਤੇ ਉਹ ਛੱਡ ਕੇ ਆਏ ਨੇ। ਇਸ ਕਰਕੇ ਉਹਨਾਂ ਦੇ ਮਨ 'ਚ ਹੁੰਦਾ ਕਿ ਅਸੀਂ ਇਸ ਕੰਟਰੀ ਵਿੱਚ ਵੀ ਆਪਣਾ ਘਰ ਲਈਏ, ਜਿਹਦੇ ਅਸੀਂ ਆਪਣਾ ਪਰਿਵਾਰ ਪਾਲੀਏ, ਆਪਣਾ ਪਰਿਵਾਰ ਚਲਾਈਏ। ਸੋ ਆਪਣਾ ਘਰ ਲੈਣ ਲਈ ਮੌਰਗੇਜ ਲੈਣੀ ਬਹੁਤ ਜ਼ਰੂਰੀ ਹੈ। ਜ਼ਰੂਰੀ ਹੈ ਜੀ, ਮੌਰਗੇਜ ਵੀ ਲੈਣੀ ਜ਼ਰੂਰੀ ਹੈ ਤੇ ਵਧੀਆ ਮੌਰਗੇਜ ਬ੍ਰੋਕਰ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਇਸੇ ਕਰਕੇ ਅਸੀਂ ਤੁਹਾਨੂੰ ਲਗਾਤਾਰ ਸਟੂਡੀਓ ਦੇ ਵਿੱਚ ਬੁਲਾਉਂਦੇ ਹਾਂ ਤੇ ਤੁਹਾਡੇ ਤੋਂ ਇਨਫੋਰਮੇਸ਼ਨ ਲੈਂਦੇ ਹਾਂ। ਤੇ ਇਸ ਸਾਲ ਦੇ ਵਿੱਚ ਇਹ ਸਾਡੀ ਪਹਿਲੀ ਇੰਟਰਵਿਊ। ਪਹਿਲਾਂ ਤਾਂ ਇਹ ਦੱਸੋ ਕਿ 2022 ਦੇ ਜਿਹੜੇ ਥੋੜੇ ਜਿਹੇ ਦਿਨ ਲੰਘ ਚੁੱਕੇ ਆ, ਕਿਸ ਤਰ੍ਹਾਂ ਦੇ ਰਹੇ? 2022 ਜਿਹੜਾ ਨਾ ਜੀ ਮੌਰਗੇਜ ਇੰਡਸਟਰੀ ਤੇ ਰੀਅਲ ਸਟੇਟ ਇੰਡਸਟਰੀ ਵਾਸਤੇ ਬਹੁਤ ਬਿਜ਼ੀ ਹੈ ਔਰ ਬਹੁਤ ਬਿਜ਼ੀ ਚੱਲ ਰਿਹਾ। ਔਰ ਇਹ ਦੋ ਇੰਡਸਟਰੀ ਦੇ ਨਾਲ ਇੱਕ ਲਾਇਰਸ ਬਿਜ਼ੀ ਹੋ ਜਾਂਦੇ ਨੇ ਜੀ ਜਦੋਂ ਵੀ ਆਪਾਂ ਕੋਈ ਕਰਨੇ, ਤੇ ਇੰਸ਼ੋਰੈਂਸ ਵੀ ਬਿਜ਼ੀ ਹੋ ਜਾਂਦੇ ਨੇ। ਸੋ 4 ਇੰਡਸਟਰੀਜ਼ ਜਿਹੜੀਆਂ ਆਲੇ ਦੁਆਲੇ ਘੁੰਮਦੀਆਂ। ਜਦੋਂ ਕਿਸੇ ਨੇ ਜ਼ਮੀਨ ਜਾਇਦਾਦ ਲੈਣੀ ਹੈ, ਘਰ ਲੈਣਾ, ਰੀਅਲ ਸਟੇਟ ਦੇ ਥਰੂ ਲੈਣਾ ਹੁੰਦਾ, ਸੋ ਰੀਅਲਟਰ ਦੀ ਬੜੀ ਅਹਿਮੀਅਤ ਪੈਂਦੀ ਆ ਉਦੋਂ। ਸੋ ਰੀਅਲਟਰ ਨੂੰ ਜਦੋਂ ਕੋਈ ਮਿਲਦਾ ਉਸ ਤੋਂ ਬਾਅਦ ਉਹਨਾਂ ਨੇ ਮੌਰਗੇਜ ਲੈਣੀ ਹੁੰਦੀ ਆ, ਫਿਰ ਮੌਰਗੇਜ ਬ੍ਰੋਕਰ ਨੂੰ ਮਿਲਦੇ ਆ। ਸੋ ਮੌਰਗੇਜ ਬ੍ਰੋਕਰ ਦੀ ਬੜੀ ਇੱਕ ਇੰਪੋਰਟੈਂਟ ਰੋਲ ਹੈ ਤੁਹਾਡੇ ਘਰ ਦੀ ਕੰਪਲੀਸ਼ਨ ਦੇ ਵਿੱਚ। ਜਦੋਂ ਆਪਾਂ ਘਰ ਲੈਂਦੇ ਹਾਂ ਤਾਂ ਉਹਦੇ ਇੰਸ਼ੋਰੈਂਸ ਕਰਾਉਣਾ ਹੁੰਦਾ ਜ਼ਰੂਰੀ, ਕਿਉਂਕਿ ਜਦ ਤੱਕ ਆਪਾਂ ਘਰ ਦਾ ਫਾਇਰ ਇੰਸ਼ੋਰੈਂਸ ਨਹੀਂ ਕਰਾ ਲੈਂਦੇ ਸਾਨੂੰ ਬੈਂਕਾਂ ਲੋਨ ਨਹੀਂ ਦਿੰਦੀਆਂ, ਮੌਰਗੇਜ ਨਹੀਂ ਦਿੰਦੀਆਂ। ਸੋ ਉਹਨਾਂ ਦਾ ਬੜਾ ਇੰਪੋਰਟੈਂਟ ਰੋਲ ਆ ਜਾਂਦਾ ਜੀ। ਇਹ ਸਾਰਾ ਤਾਣਾ ਬਾਣਾ ਇਕੱਠਾ ਕਰਕੇ ਜਿਹੜਾ ਰਜਿਸਟਰ ਕਰਦਾ ਉਹ ਹੈਗਾ ਲਾਇਰ ਜਾਂ ਨੋਟਰੀ ਪਬਲਿਕ। ਸੋ ਉਹਨਾਂ ਦਾ ਵੀ ਇੱਕ ਬਹੁਤ ਅਹਿਮ ਰੋਲ ਆ ਜਾਂਦਾ। ਆਪਾਂ ਇਹਨਾਂ 4 ਵਿਸ਼ਿਆਂ 'ਤੇ ਵੀ ਕਿਸੇ ਦਿਨ ਜ਼ਰੂਰ ਗੱਲ ਕਰਾਂਗੇ ਕਿ ਇੱਕ ਵਿਸ਼ਾ ਕਿੰਨਾ ਇੰਪੋਰਟੈਂਟ ਹੈ ਔਰ ਜਿਹੜਾ ਕਲਾਇੰਟ ਹੈ, ਬਾਇਰ ਹੈ, ਉਹਨੂੰ ਇਹਨਾਂ ਚੀਜ਼ਾਂ ਦਾ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਕੀ ਤੁਹਾਨੂੰ 'ਤੇ ਇੰਸ਼ੋਰੈਂਸ ਵੀ ਮਿਲ ਰਿਹਾ। ਜੇ ਉਹ ਫਲੱਡ ਜ਼ੋਨ 'ਚ ਕਈ ਵਾਰ ਪ੍ਰਾਪਰਟੀ ਆ ਜਾਂਦੀ, ਪਿੱਛੇ ਜੇ ਕਾਫੀ ਹੋਇਆ ਫਲੱਡ ਆਏ ਸੀ ਨਾ ਜੀ ਐਬਸਫੋਰਡ ਜਾਂ ਕਲੋਨਾ ਜਾਂ ਹੋਰ ਕਈ ਜਗ੍ਹਾ ਦੇ ਉੱਤੇ, ਉਹਨਾਂ ਦੀਆਂ ਕੰਪਲੀਸ਼ਨਸ ਆ ਗਈਆਂ ਲੋਕਾਂ ਦੀਆਂ, ਪਰ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਸੀ ਮਿਲ ਰਿਹਾ। ਤੇ ਜਦੋਂ ਇੰਸ਼ੋਰੈਂਸ ਨਹੀਂ ਮਿਲ ਰਿਹਾ ਤੇ ਬੈਂਕ ਮੌਰਗੇਜ ਦੇ ਪੈਸੇ ਰਿਲੀਜ਼ ਨਹੀਂ ਕਰਦਾ। ਸੋ ਕਈ ਵਾਰ ਕੀ ਹੁੰਦਾ ਵੀ ਤੁਸੀਂ ਕੋਈ ਪ੍ਰਾਪਰਟੀ ਵੇਚੀ ਹੁੰਦੀ ਹੈ ਤੇ ਅੱਗੇ ਇੱਕ ਹੋਰ ਲਈ ਹੁੰਦੀ ਹੈ ਜਿਹੜੀ ਕੰਪਲੀਟ ਕਰਨੀ।
ਹੁਣ ਤੁਹਾਡੀ ਪਹਿਲੀ ਕੰਪਲੀਟ ਨਹੀਂ ਹੋਣੀ, ਪੈਸੇ ਨਹੀਂ ਮਿਲਣੇ, ਅਗਲੀ ਵੀ ਨਹੀਂ ਕੰਪਲੀਟ ਹੋਣੀ। ਸੋ ਇਹ ਵੀ ਇੱਕ ਇੰਪੋਰਟੈਂਟ ਰੋਲ ਆ ਜਾਂਦਾ ਜੀ ਇਹਦੇ ਵਿੱਚ। ਪਰ ਆਪਾਂ ਬੈਕ ਆਉਂਦੇ ਹਾਂ ਮੌਰਗੇਜ ਵਾਲੀ ਗੱਲ ਮੌਰਗੇਜ ਦੀ ਗੱਲ। ਬਿਲਕੁਲ ਜੀ, ਮੌਰਗੇਜ ਇੰਡਸਟਰੀ ਜਿਹੜੀ ਹੈ ਉਹ ਨਾਲ ਚੱਲਦੀ ਹੈ, ਰੀਅਲ ਸਟੇਟ ਇੰਡਸਟਰੀ, ਇਹ ਸਾਰੀਆਂ ਇੰਡਸਟਰੀਆਂ ਪੈਰਲਲ ਚੱਲਦੀਆਂ, ਇੱਕ ਦੂਜੇ ਦੀ ਸਪੋਰਟ ਤੋਂ ਬਿਨਾਂ ਦੂਜੀ ਕੰਪਨੀ ਹੈ ਜਿਹੜੀ ਦੂਜੀ ਇੰਡਸਟਰੀ ਆ ਉਹ ਇਨਕੰਪਲੀਟ ਲੱਗਦੀ ਹੈ। ਪਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੰਟਰਸਟ ਰੇਟ ਦੇ ਬਾਰੇ ਗੱਲ ਕਰਾਂਗੇ। ਬੈਂਕ ਆਫ ਕੈਨੇਡਾ ਨੇ ਕੱਲ ਹੀ ਪ੍ਰੈਸ ਕਾਨਫਰੰਸ ਕੀਤੀ ਹੈ, ਲੱਗਦਾ ਸੀ ਕਿ ਜਿਹੜੇ ਬੈਂਕ ਆਫ ਕੈਨੇਡਾ ਦਾ ਇੰਟਰਸਟ ਰੇਟ ਆ ਉਹ ਵਧੇਗਾ, ਕਿਉਂਕਿ ਹੁਣ ਜਿਹੜੇ ਮਾਹਿਰ ਆ ਉਹ ਇਹ ਵੀ ਕਹਿ ਰਹੇ ਨੇ ਕਿ ਸ਼ਾਇਦ ਇਸ ਸਾਲ ਦੇ ਐਂਡ ਤੱਕ 2% ਤੱਕ ਵੀ ਪਹੁੰਚ ਜੇ ਵਿਆਜ ਦਰਾਂ, ਜਿਹੜੀਆਂ 0.25 ਤੇ ਪਿਛਲੇ ਸਾਲ ਤੋਂ ਤੇ ਉਦੋਂ ਪਿਛਲੇ ਸਾਲ ਤੋਂ ਸਟੈਡੀ ਖੜੀਆਂ ਨੇ। ਹੁਣ ਪਰ ਬੈਂਕ ਆਫ ਕੈਨੇਡਾ ਨੇ ਇਹ ਫੈਸਲਾ ਲੈ ਲਿਆ ਕਿ ਅਸੀਂ 0.25 ਦੇ ਉੱਤੇ ਹੀ ਰੱਖਾਂਗੇ। ਹੁਣ ਬੈਂਕ ਆਫ ਕੈਨੇਡਾ ਨੇ ਫੈਸਲਾ ਲਿਆ, ਪਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਤੁਹਾਨੂੰ ਪਤਾ ਹੈ ਕਿ ਕ੍ਰਿਟਿਸਾਈਜ਼ ਵੀ ਕਰਦੇ ਨੇ, ਉਹ ਕਹਿੰਦੇ ਆ ਕਿ ਗਲਤ ਫੈਸਲਾ ਹੈ, ਕਈ ਕਹਿੰਦੇ ਸਹੀ ਫੈਸਲਾ ਹੈ। ਪਰ ਇੰਟਰਸਟ ਰੇਟ ਮੌਰਗੇਜ ਇੰਡਸਟਰੀ ਦੇ ਵਿੱਚ ਕਿਹੜਾ ਰੋਲ ਅਦਾ ਕਰਦਾ ਹੈ? ਜੀ ਦੇਖੋ, ਜਿਵੇਂ ਤੁਸੀਂ ਦੱਸਿਆ ਕਿ ਇਹ ਨਾ ਇੱਕ ਬਹੁਤ ਅਹਿਮ ਰੋਲ ਹੈ, ਕਿਉਂਕਿ ਜਿਹੜਾ ਇੰਟਰਸਟ ਰੇਟ ਹੈ ਉਹਦੇ ਹਿਸਾਬ ਦੇ ਨਾਲ ਕਿਸ਼ਤ ਬਣਨੀ ਆ, ਤੁਹਾਡਾ ਪ੍ਰੀਮੀਅਮ ਬਣਨਾ, ਮਹੀਨੇ ਦੀ ਕਿਸ਼ਤ ਤੁਸੀਂ ਦੇਣੀ ਆ, ਉਹ ਕਿੰਨਾ ਤੁਸੀਂ ਵਿਆਜ ਦੇ ਰਹੇ ਹੋ ਜਿਹਨੂੰ ਆਪਾਂ ਇੰਟਰਸਟ ਰੇਟ ਕਹਿੰਦੇ ਉਹਦੇ ਤੇ ਆ। ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਵੀ ਤੁਸੀਂ ਬੈਂਕ ਆਫ ਕੈਨੇਡਾ ਦਾ ਨਾਮ ਲਿਆ। ਜਿਹੜੀ ਬੈਂਕ ਆਫ ਕੈਨੇਡਾ ਉਹ ਕੰਟਰੋਲ ਕਰਦੀ ਹੈ ਇੰਟਰਸਟ ਰੇਟ ਨੂੰ, ਵੀ ਜਿਹੜਾ ਇੰਟਰਸਟ ਰੇਟ ਕਿੰਨਾ ਹੋਏਗਾ। ਅੱਜ ਦੀ ਡੇਟ ਦੇ ਵਿੱਚ ਜਿਵੇਂ ਤੁਸੀਂ ਦੱਸਿਆ 2.45 ਪ੍ਰਾਈਮ ਰੇਟ ਹੈ ਜਿਹੜਾ ਕਿ ਕੈਨੇਡਾ ਦਾ, ਹਾਂਜੀ ਮੌਰਗੇਜ ਦਾ ਇੰਟਰਸਟ ਰੇਟ, ਹਾਂਜੀ ਪ੍ਰਾਈਮ ਮੌਰਗੇਜ, ਤੇ ਉਹਦੇ ਵਿੱਚ ਉਹਦਾ ਵਾਧਾ ਹੋਣਾ ਸੀਗਾ, ਡੈਫੀਨਿਟਲੀ ਵਾਧਾ ਨਹੀਂ ਹੋਇਆ, ਕਿਉਂਕਿ ਜਿਹੜੀ ਬੈਂਕ ਆਫ ਕੈਨੇਡਾ ਤੇ ਗਵਰਨਮੈਂਟ ਆਫ ਕੈਨੇਡਾ ਉਹਨਾਂ ਨੇ ਇਕਨੋਮੀ ਨੂੰ ਕੰਟਰੋਲ ਕਰਨ ਵਾਸਤੇ ਲੋਕਾਂ ਤੇ ਜ਼ਿਆਦਾ ਭਾਰ ਨਹੀਂ ਪਾਉਣਾ, ਕਿਉਂਕਿ ਕੁਝ ਇੰਡਸਟਰੀਜ਼ ਬਹੁਤ ਅੱਛੀਆਂ ਚੱਲ ਰਹੀਆਂ, ਉਹ ਨਹੀਂ ਚਾਹੁੰਦੇ ਕਿ ਉਹ ਇੰਡਸਟਰੀ ਜਿਹੜੀਆਂ ਕਲੈਪਸ ਹੋ ਜਾਣ। ਪਰ ਕਿਉਂਕਿ ਇੰਟਰਸਟ ਰੇਟ ਬਹੁਤ ਲੋ ਹੈ, ਇਸ ਕਰਕੇ ਇੰਟਰਸਟ ਰੇਟ ਤਾਂ ਵਧੇਗਾ। ਕਿੰਨਾ ਵਧੇਗਾ ਇਹ ਸਪੈਕੂਲੇਸ਼ਨ ਹੈ, ਕਿੰਨੀ ਦੇਰ 'ਚ ਵਧੇਗਾ ਇਹ ਵੀ ਸਪੈਕੂਲੇਸ਼ਨ ਹੈ। ਸੋ ਡੈਫੀਨੇਟਲੀ ਰੇਟ ਵੱਧ ਸਕਦਾ, ਕਿੰਨਾ ਕੁ ਵਧੇਗਾ ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ। ਯੂਜ਼ਲੀ ਇੰਟਰਵਲਸ 'ਚ ਵਾਧਾ ਹੁੰਦਾ, ਮੇ ਵੀ ਕੁਆਟਰ 3-3 ਮਹੀਨੇ ਬਾਅਦ ਵਧਾਉਣਗੇ, ਜਲਦੀ ਵੀ ਵਧਾ ਸਕਦੇ ਆ, ਲੇਟ ਵੀ ਵਧਾ ਸਕਦੇ ਆ, 2% ਵਧਾ ਸਕਦੇ ਆ ਕਿ ਨਹੀਂ ਇਹ ਕਹਿਣਾ ਬੜਾ ਮੁਸ਼ਕਿਲ ਹੈ, ਔਰ ਮੈਨੂੰ ਨਹੀਂ ਲੱਗਦਾ ਕਿ ਇੰਨਾ ਵਧੇਗਾ, ਕਿਉਂਕਿ ਮਾਰਕੀਟ ਨੂੰ ਚਲਾਉਂਦੇ ਵੀ ਰੱਖਣਾ ਜ਼ਰੂਰੀ ਹੈ ਤੇ ਥੋੜਾ ਬਹੁਤ ਇੰਟਰਸਟ ਰੇਟ ਵਧਾਉਣਾ ਵੀ ਜ਼ਰੂਰੀ ਹੈ। ਸੋ ਅੱਜ ਦੀ ਡੇਟ ਦੇ ਵਿੱਚ ਇੰਟਰਸਟ ਰੇਟ ਨਹੀਂ ਵਧਿਆ, ਖੁਸ਼ੀ ਦੀ ਗੱਲ ਹੈ। ਐਜ਼ ਏ ਮੌਰਗੇਜ ਬ੍ਰੋਕਰ ਤੇ ਐਜ਼ ਏ ਬਾਇਰ ਵਾਸਤੇ ਇਹ ਚੰਗੀ ਗੱਲ ਹੈ। ਬਾਇਰ ਨੂੰ ਜੇ ਰੇਟ ਘੱਟ ਲੱਗਦਾ ਤੇ ਉਹ ਹਿੰਮਤ ਕਰਦਾ ਘਰ ਲੈਣ ਦੀ, ਔਰ ਉਹਦੀ ਕਿਸ਼ਤ ਥੋੜੀ ਛੋਟੀ ਬਣਦੀ ਹੈ। ਪਰ ਜੇ ਥੋੜਾ ਬਹੁਤਾ ਇੰਟਰਸਟ ਰੇਟ ਵੱਧ ਵੀ ਜਾਂਦਾ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਉਹਦਾ ਕਿੰਨਾ ਕੁ ਪ੍ਰਭਾਵ ਕਿਹਨੂੰ ਕਿੱਦਾਂ ਪੈਂਦਾ। ਬਿਲਕੁਲ, ਇਹਦੇ ਬਾਰੇ ਵੀ ਗੱਲ ਕਰਾਂਗੇ। ਪਰ ਹੁਣ ਜਦੋਂ ਹਾਊਸਿੰਗ ਮਾਰਕੀਟ ਦੀ ਗੱਲ ਕਰਦੇ ਆ ਨਾ, ਤਾਂ ਹੁਣ ਭਾਵੇਂ ਸਾਡੀ ਸਰਕਾਰ ਨਵੀਂ ਬਣੀ ਸੀ, ਉਦੋਂ ਵੀ ਇਹ ਪ੍ਰੋਮਿਸ ਹੋਏ ਸੀ ਅਸੀਂ ਯੂਨਿਟਸ ਬਣਾਵਾਂਗੇ, ਇਹ ਕਰਾਂਗੇ। ਸੋ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ, ਤੇ ਮਹਿੰਗਾਈ ਵੀ ਨਾਲ ਚੱਲ ਰਹੀ ਹੈ, ਇਨਫਲੇਸ਼ਨ ਵੀ ਨਾਲ ਚੱਲ ਰਹੀ ਹੈ। ਹੁਣ ਜਿਵੇਂ ਤੁਸੀਂ ਗੱਲ ਕੀਤੀ, ਹੋ ਸਕਦਾ ਕਿ ਵੱਧ ਜਾਣ, ਜੇ ਇਹ ਵੱਧ ਜਾਂਦੀਆਂ ਤਾਂ ਕੀ ਅਸਰ ਹੋਏਗਾ ਮੌਰਗੇਜ ਲੈਣ ਵਾਲਿਆਂ ਦੇ ਉੱਤੇ? ਜੀ ਆਪਾਂ ਹੁਣ ਇਸ ਪੁਆਇੰਟ ਤੇ ਡੈਫੀਨਿਟਲੀ ਗੱਲ ਕਰਦੇ ਹਾਂ। ਦੋ ਤਰ੍ਹਾਂ ਦੇ ਰੇਟ ਹੁੰਦੇ ਨੇ ਜਿਹੜੇ ਯੂਜ਼ਲੀ ਜਿਹੜਾ ਕੰਜ਼ਿਊਮਰ ਉਹਨੂੰ ਮਿਲਦੇ, ਇੱਕ ਹੁੰਦਾ ਫਿਕਸ ਰੇਟ ਤੇ ਇੱਕ ਹੁੰਦਾ ਵੇਰੀਏਬਲ ਰੇਟ। ਤੇ ਜਦੋਂ ਫਿਕਸ ਰੇਟ ਦਾ ਮਤਲਬ ਹੈ ਵੀ ਅੱਜ ਕਿਸੇ ਨੇ ਮੌਰਗੇਜ ਲਈ ਆ ਤਾਂ ਉਹਨਾਂ ਨੇ ਇੱਕ ਰੇਟ ਮਿਲ ਗਿਆ ਉਹਨਾਂ ਨੂੰ, ਅੱਜ ਹੋ ਸਕਦਾ 2.6 2.7 ਹੋਵੇ, ਜਿੱਥੇ ਕਿ ਉਹਨਾਂ ਦੀ ਮੌਰਗੇਜ ਫਿਕਸ ਹੋਏਗੀ, 5 ਸਾਲ ਦੀ ਉਹਦੀ ਟਰਮ ਹੋਏਗੀ, 30 ਸਾਲ ਦੀ ਅਮੋਰਟਾਈਜੇਸ਼ਨ ਹੋ ਸਕਦੀ ਹੈ, ਕਈ ਵਾਰ 25 ਹੈ ਪਰ 30 ਸਾਲ ਵੀ ਹੋ ਸਕਦੀ ਹੈ। ਅਮੋਰਟਾਈਜੇਸ਼ਨ ਮਤਲਬ ਹੈ ਕਿ 30 ਸਾਲਾਂ ਦੇ ਵਿੱਚ ਉਹਨਾਂ ਨੇ ਪੂਰਾ ਲੋਨ ਉਤਾਰਨਾ। 5 ਸਾਲ ਦੀ ਟਰਮ ਦਾ ਮਤਲਬ ਹੈ ਕਿ ਜਿਹੜਾ ਤੁਹਾਨੂੰ ਵਿਆਜ ਦਰ ਅੱਜ ਦਿੱਤੀ ਜਾ ਰਹੀ ਹੈ ਉਹ 5 ਸਾਲ ਲਈ ਫਿਕਸ ਹੋ ਗਈ ਆ, ਇਹ ਨਾ ਵਧੇਗੀ ਤੇ ਨਾ ਘਟੇਗੀ। ਤੇ ਜਿਹਨੇ ਅੱਜ ਕੋਈ ਵੀ ਰੇਟ ਫਿਕਸ ਕਰ ਲਿਆ, ਉਹਦੇ ਲਈ ਤਾਂ ਜਿੰਨੀ ਮਰਜ਼ੀ ਵੱਧ ਜਾਏ, ਜਿੰਨੀ ਮਰਜ਼ੀ ਘਟ ਜਾਏ, ਉਹਨੂੰ ਕੋਈ ਫਰਕ ਪੈਂਦਾ ਨਹੀਂ। ਤਾਂ ਇਸ ਕਰਕੇ ਪਹਿਲਾ ਪੁਆਇੰਟ ਇੱਥੇ ਕਲੀਅਰ ਹੋ ਜਾਂਦਾ ਕਿ ਜਿਹੜੇ ਲੋਕ ਫਿਕਸ ਰੇਟ ਲੈਂਦੇ ਨੇ ਉਹਨੂੰ ਵਿਆਜ ਵਧਣ ਜਾਂ ਘਟਣ ਦਾ ਕੋਈ ਫਰਕ ਹੀ ਨਹੀਂ ਹੈ। ਸੋ ਇਹਦਾ ਪ੍ਰਭਾਵ ਉੱਤੇ ਹੈ ਹੀ ਨਹੀਂ। ਸੋ ਡਰਨ ਦੀ ਕੋਈ ਲੋੜ ਨਹੀਂ, ਜਿਹਨਾਂ ਲੋਕਾਂ ਨੂੰ ਉਹ ਤਾਂ ਸੇਫ ਨੇ ਜੀ, ਬਿਲਕੁਲ ਸੇਫ ਨੇ। ਹੁਣ ਆ ਗਈ ਗੱਲ ਵੇਰੀਏਬਲ ਵਾਲੀ। ਜੇ ਪ੍ਰਾਈਮ ਰੇਟ ਪਲੱਸ ਕੁਛ ਪਾ ਕੇ ਫਿਕਸ 2.6 ਜਾਂ 7 ਕਿਸੇ ਨੂੰ ਮਿਲਿਆ ਹੋਇਆ, ਤੇ ਦੂਜੇ ਪਾਸੇ ਵੇਰੀਏਬਲ ਰੇਟ ਜਿਹੜੇ ਨੇ 1.25 ਤੋਂ ਚੱਲ ਰਹੇ ਨੇ। ਸੋ 2.6 ਤੇ 1.25 ਦਾ ਦੇਖਦੇ ਕਿੰਨਾ ਸਾਰਾ ਫਰਕ ਹੈ। ਤੇ ਜੇ ਕੁਆਟਰ ਵੱਧ ਵੀ ਜਾਂਦਾ ਆ ਲੈਟਸ ਸੇ, ਤੇ ਉਹਨਾਂ ਦਾ 1.25 ਤੋਂ 1.50 ਹੋ ਜਾਏਗਾ, ਫਿਰ ਵੀ 2.6 ਤੇ 1.50 'ਚ ਬੜਾ ਫਰਕ ਹੈ। ਲੈਟਸ ਸੇ ਵੀ 3 ਮਹੀਨੇ ਬਾਅਦ ਫਿਰ ਰੇਟ ਵੱਧ ਜਾਂਦਾ 0.10%, ਫਿਰ ਉਹ 1.60 ਹੋ ਜਾਏਗਾ, ਫਿਰ ਵੀ ਬੜਾ ਫਰਕ ਹੈ। ਸੋ ਵੇਰੀਏਬਲ ਵਾਲੇ ਵੀ ਕੋਈ ਐਡੀ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਤੁਹਾਨੂੰ ਇੰਨਾ ਕੁ ਸਸਤਾ ਰੇਟ ਮਿਲ ਰਿਹਾ, ਤੇ ਜੇ 1 2 3 4 5 ਵਾਰ ਵੱਧ ਵੀ ਗਿਆ, ਫਿਕਸ ਨਾਲੋਂ ਫਿਰ ਵੀ ਸਸਤਾ ਰਹਿਣਾ। ਸੋ ਮੈਂ ਐਗਜ਼ਾਮਪਲ ਦੇ ਸਕਦਾ ਵੀ ਇੱਕ ਪਾਸੇ ਤੁਹਾਨੂੰ 10 ਰੁਪਏ ਦੀ ਕੋਈ ਚੀਜ਼ ਮਿਲ ਰਹੀ ਆ, ਤੇ ਉਹ ਅੱਜ ਹੀ ਲਾਉਂਗੇ ਤੇ 10 ਦੀ ਮਿਲ ਜਾਣੀ। ਦੂਜੇ ਪਾਸੇ ਤੁਹਾਨੂੰ ਉਹ 5 ਰੁਪਏ ਦੀ ਚੀਜ਼ ਮਿਲ ਰਹੀ ਆ, ਤੇ ਉਹ ਤੁਹਾਨੂੰ ਅੱਜ 5 ਦੀ ਆ, ਪਰ ਹੋ ਸਕਦਾ
3-4 ਮਹੀਨਿਆਂ ਬਾਅਦ ਉਹ 6 ਦੀ ਮਿਲੇ, ਹੋ ਸਕਦਾ ਉਹ ਤੋਂ 3-4 ਮਹੀਨੇ ਬਾਅਦ ਉਹ 7 ਦੀ ਮਿਲੇ, ਫਿਰ ਉਹ 8 ਦੀ ਮਿਲੇ, ਪਰ 10 ਤੱਕ ਪਹੁੰਚਦੇ ਪਤਾ ਨਹੀਂ ਉਹਨੂੰ ਕਿੰਨਾ ਟਾਈਮ ਲੱਗ ਜਾਣਾ। ਤੇ ਉਨੇ ਟਾਈਮ ਦੇ ਵਿੱਚ ਤੁਸੀਂ ਕਿੰਨਾ ਇੰਟਰਸਟ ਸੇਵ ਕਰ ਲੈਣਾ, ਵਿਆਜ ਸੇਵ ਕਰ ਲੈਣਾ, ਉਹ ਤੁਹਾਡੀ ਸੇਵਿੰਗ ਚਲਾ ਜਾਣਾ। ਦੂਜੇ ਪਾਸੇ ਤੁਹਾਡੀ ਪ੍ਰਾਪਰਟੀ ਦੀ ਵੈਲਿਊ ਪਤਾ ਨਹੀਂ ਕਿੰਨੀ ਐਪਰੀਸ਼ੀਏਟ ਜਦ ਤੱਕ ਹੋ ਜਾਣੀ ਆ। ਤੀਜੀ ਗੱਲ ਹੈ ਵੀ ਜਿਹੜਾ ਤੁਸੀਂ ਵਿਆਜ ਘੱਟ ਦੇ ਰਹੇ ਹੋ ਤੇ ਕਿਸ਼ਤ ਦੇ ਵਿੱਚ ਹੋ ਸਕਦਾ ਫਿਰ ਤੁਹਾਡਾ ਜਿਹੜਾ ਪ੍ਰਿੰਸੀਪਲ 'ਚ ਅਮਾਊਂਟ ਜ਼ਿਆਦਾ ਜਾ ਰਹੀ ਹੈ, ਤੇ ਕਿੰਨਾ ਪ੍ਰਿੰਸੀਪਲ ਜਦ ਤੱਕ ਲਾ ਲੈਣਾ। ਸੋ ਉਹਨਾਂ ਨੂੰ ਵੀ ਕੋਈ ਐਡੀ ਵੱਡੀ ਡਰਨ ਦੀ ਲੋੜ ਨਹੀਂ ਹੈ ਕਿ ਕਿੰਨਾ ਕੁ ਫਰਕ ਪੈ ਜਾਏਗਾ। ਜਦੋਂ 2.5 ਮਿਲੀਅਨ ਦੇ ਆਪਾਂ ਘਰ ਲੈ ਰਹੇ ਹਾਂ, ਉਹ 'ਤੇ ਜੇ ਕੁਆਇਟਰ % ਇੰਟਰਸਟ ਰੇਟ ਵੱਧ ਜਾਂ ਘਟ ਗਿਆ, ਇੱਕ ਵਾਰ ਜੇ ਇੱਦਾਂ ਵੱਧ ਜਾਂਦਾ, ਉਹਦਾ ਕੋਈ ਬਹੁਤ ਵੱਡਾ ਇੰਪੈਕਟ ਮੈਨੂੰ ਨਹੀਂ ਲੱਗ ਰਿਹਾ। ਜਿਹੜੇ ਲੋਕ $5,000-6,000 ਦੀ ਕਿਸ਼ਤ ਅਫੋਰਡ ਕਰ ਰਹੇ ਨੇ, ਉਹ 6,000-250 ਦੀ ਵੀ ਕਰ ਲੈਣਗੇ, 1,200 ਦੀ ਵੀ ਕਰ ਲੈਣਗੇ। ਸੋ ਡੈਫੀਨੇਟਲੀ ਇੰਪੈਕਟ ਤਾਂ ਹੈ, ਪਰ ਐਡਾ ਵੱਡਾ ਨਹੀਂ ਹੈ ਕਿ ਲੋਕ ਜਿਹੜੇ ਨੇ, ਕੰਜ਼ਿਊਮਰ ਜਿਹੜੇ ਨੇ, ਉਹ ਪੇਮੈਂਟਾਂ ਨਹੀਂ ਦੇ ਪਾਉਣਗੇ ਜਾਂ ਕੋਈ ਉਹਨਾਂ ਦਾ ਵੱਡਾ ਨੁਕਸਾਨ ਹੋ ਜਾਏਗਾ। ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਗੱਲ ਹੈ। ਸਪੈਸ਼ਲੀ ਸਾਡੀ ਜਿਹੜੀ ਮਾਰਕੀਟ ਹੈ ਨਾ ਜੀ, ਭਾਰਤੀ ਲੋਕਾਂ ਦੀ, ਉਹ ਵੱਡੇ ਰਿਸਕ ਲੈਂਦੇ ਨੇ ਔਰ ਵੱਡੀਆਂ ਮਿਹਨਤਾਂ ਕਰਦੇ ਨੇ ਔਰ ਜ਼ਿਆਦਾ ਕਮਾਈਆਂ ਕਰਦੇ ਨੇ। 4 ਜਣੇ ਇਕੱਠੇ ਨੇ ਇੱਕ ਫੈਮਿਲੀ ਵਿੱਚ, ਚਾਹੇ ਭਰਾ ਨੇ, ਭੈਣਾਂ ਆ ਜਾਂ ਹਸਬੈਂਡ ਵਾਈਫ ਨੇ, ਉਹ ਪੈਸੇ ਪਹਿਲਾਂ ਹੀ ਇੰਨੇ ਕਮਾ ਰਹੇ ਨੇ, ਬਹੁਤ ਜ਼ਿਆਦਾ ਫਰਕ ਨਹੀਂ ਪਏਗਾ। ਪਰ ਹਾਂ, ਆਪਾਂ ਇਹ ਜ਼ਰੂਰ ਕਹਿੰਦੇ ਹਾਂ ਵੀ ਜਦੋਂ ਆਪਾਂ ਕੋਈ ਕਿਸ਼ਤ ਦਿੰਦੇ ਹਾਂ, ਕੋਈ ਖਰਚਾ ਕਰ ਰਹੇ ਹਾਂ, ਉਹ ਜਿੰਨਾ ਘੱਟ ਹੋਵੇ ਉਨਾ ਵਧੀਆ। ਸੋ ਡਰਨ ਦੀ ਲੋੜ ਨਹੀਂ। ਸ਼ਰਮਾ ਜੀ, ਤੁਸੀਂ ਐਗਜ਼ਾਮਪਲ ਕੀਤੀ ਕਿ ਜਿਨ੍ਹਾਂ ਨੇ ਬਹੁਤ ਵੱਡੇ ਘਰ ਬਣਾਇਆ ਉਹਨਾਂ ਨੂੰ ਕੋਈ ਇਫੈਕਟ ਨਹੀਂ, ਪਰ ਜਿਨ੍ਹਾਂ ਨੇ ਨਵਾਂ ਘਰ ਲੈਣਾ ਉਹਨਾਂ ਤੇ ਇਫੈਕਟ ਹੋਏਗਾ ਇਸ ਮੋਰਗੇਜ ਤੇ, ਜਾਂ ਉਹ ਖਿਆਲ ਹੀ ਛੱਡ ਦੇਣ ਵੀ ਘਰ ਮਿਲਣਾ ਹੀ ਨਹੀਂ ਹੁਣ ਜੀ ਸਾਨੂੰ, ਹੁਣ ਤਾਂ ਇੰਟਰਸਟ ਰੇਟ ਵੀ ਵੱਧ ਗਿਆ, ਘਰ ਵੀ ਮਹਿੰਗੇ ਹੋ ਗਏ, ਮਹਿੰਗਾਈ ਵੀ ਵੱਧ ਗਈ ਹੈ, ਸੋ ਸਾਰੀ ਮਾਰ ਇਕੱਠੀ ਪੈ ਗਈ ਹੈ, ਸੋ ਛੱਡ ਦੇਣ ਆਪਣਾ ਸੁਪਨਾ? ਹਾਂ, ਤੁਹਾਡਾ ਬਹੁਤ ਗੁੱਡ ਕੁਐਸਚਨ ਹੈ। ਪਹਿਲੀ ਤਾਂ ਗੱਲ ਇਹ ਵੀ ਸੁਪਨਾ ਬਿਲਕੁਲ ਨਹੀਂ ਛੱਡਣਾ। ਦੂਜੀ ਗੱਲ ਇਹ ਵੀ ਪਲਾਨ ਕਰਨਾ। ਆਪਾਂ ਪਹਿਲਾਂ ਵੀ ਇੰਟਰਵਿਊ ਵਿੱਚ ਗੱਲ ਕੀਤੀ, ਆਪਾਂ ਪਲਾਨ ਕਰਨਾ। ਪਲੈਨਿੰਗ ਜ਼ਰੂਰੀ ਹੈ। ਜਿਨ੍ਹਾਂ ਨੇ ਕੋਂਡੋ ਲੈਣਾ, ਲੈਟਸ ਸੇ 3 ਲੱਖ ਦਾ, 4 ਲੱਖ ਦਾ, ਟਾਊਨ ਹਾਊਸ ਲੈਣਾ 6 ਲੱਖ ਤੋਂ ਲੈ ਕੇ 9 ਲੱਖ ਦਾ, ਘਰ ਲੈਣਾ 12, 14, 15 ਲੱਖ ਦਾ, ਜਾਂ ਨਵਾਂ ਘਰ ਲੈਣਾ ਜਾਂ ਵੱਡਾ ਘਰ ਲੈਣਾ 2 ਮਿਲੀਅਨ 2.5 ਮਿਲੀਅਨ ਦਾ, ਉਹਦੀ ਪਲੈਨਿੰਗ ਕਰ ਲੈਣੀ ਆਪਾਂ ਵੀ ਸਾਡੀ ਇਨਕਮ ਕਿੰਨੀ ਆ, ਸਾਡੇ ਕੋਲ ਸੇਵਿੰਗ ਕਿੰਨੀ ਆ, ਸਾਨੂੰ ਹੋਰ ਜੇ ਪੈਸੇ ਆਉਣੇ ਤਾਂ ਕਿੱਥੋਂ ਆਉਣੇ ਆ, ਅਸੀਂ ਹਰ ਮਹੀਨੇ ਦੇ ਖਰਚੇ ਕਰਕੇ ਕਿੰਨੇ ਦੀ ਕਿਸ਼ਤ ਦੇ ਸਕਦੇ ਹਾਂ। ਉਹ ਕਿਸ਼ਤ ਦੇ ਵਿੱਚ ਇਹਨਾਂ ਦਾ $50 ਵੱਧ ਗਏ ਜਾਂ $100 ਵੱਧ ਗਿਆ ਜਾਂ ਘਟ ਗਿਆ, ਉਹਦੇ ਹਿਸਾਬ ਨਾਲ ਆਪਾਂ ਪਲਾਨ ਕਰ ਲੈਂਦੇ ਹਾਂ। ਫਿਰ ਇੰਟਰਸਟ ਰੇਟ ਦੇ ਵਧਣ ਨਾਲ ਕੋਈ ਬਹੁਤ ਵੱਡਾ ਫਰਕ ਨਹੀਂ ਪੈਂਦਾ। ਸੋ ਡਰਨ ਦੀ ਕਿਸੇ ਨੂੰ ਵੀ ਕੋਈ ਲੋੜ ਨਹੀਂ ਹੈ। ਔਰ ਜੇ ਕਿਸੇ ਦੇ ਮਨ 'ਚ ਕੋਈ ਸਵਾਲ ਹੈ, ਉਹਦੇ ਲਈ ਇੱਕ ਫੋਨ ਚੱਕ ਕੇ ਕਾਲ ਹੀ ਕਰਨੀ ਆ ਤੁਸੀਂ ਮੈਨੂੰ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਆਪਾਂ ਦੇਵਾਂਗੇ। ਇਹ ਕਿਹਾ ਜਾਂਦਾ ਕਿ ਜਿਹੜੀ ਨਾ ਜੀ ਹਨੇਰਾ ਆ, ਉਹਨੂੰ ਦੂਰ ਕਰਨ ਲਈ ਇੱਕ ਛੋਟਾ ਜਿਹਾ ਦੀਵਾ ਜਾਂ ਇੱਕ ਛੋਟੀ ਜਿਹੀ ਲਾਈਟ ਜਗਾਉਣ ਦੀ ਲੋੜ ਹੁੰਦੀ। ਸਾਰਾ ਹਨੇਰਾ ਖਤਮ ਹੋ ਜਾਂਦਾ ਰਾਈਟ ਹੋਵੇ, ਆਪਾਂ ਦੀਵਾ ਜਗਾਉਂਦੇ ਨਾ ਜੀ, ਚਾਨਣ ਹੋ ਜਾਂਦਾ। ਇਸੇ ਤਰ੍ਹਾਂ ਜਿਹੜਾ ਇੰਟਰਸਟ ਰੇਟ ਦਾ ਹਨੇਰਾ ਆ ਨਾ ਜੀ, ਅਗਿਆਨਤਾ ਆ, ਉਹਦਾ ਹਨੇਰਾ ਦੂਰ ਕਰਨ ਵਾਸਤੇ ਇੱਕ ਫੋਨ ਕਾਲ ਕਰਨੀ ਆ ਤੁਸੀਂ, ਜਿਹੜੀ ਕਿ ਮੈਨੂੰ ਕਰਨੀ ਹੈ ਮੇਰੇ ਨੰਬਰਾਂ ਦੇ ਉੱਤੇ। ਮੈਂ ਤੁਹਾਨੂੰ ਪ੍ਰੋਪਰਲੀ ਗਾਈਡ ਕਰ ਦੂੰਗਾ ਕਿ ਤੁਹਾਨੂੰ ਐਕਚੁਅਲੀ ਕਿੰਨਾ ਇੰਪੈਕਟ ਪਏਗਾ। ਫਿਰ ਤੁਸੀਂ ਡਿਸੀਜਨ ਕਰ ਸਕਦੇ ਹੋ। ਘਰ ਤਾਂ ਆਪਾਂ ਲੈਣੇ ਹੀ ਲੈਣੇ ਆ ਸਾਰਿਆਂ ਨੇ, ਔਰ ਜੇ ਜਿਨ ਆਪਣੇ ਕੋਲ ਆਲਰੇਡੀ ਘਰ ਨੇ ਤਾਂ ਆਪਾਂ ਸੈਕੰਡ ਇਨਵੈਸਟਮੈਂਟ ਵੀ ਕਰਨੀ ਆ, ਕਿਉਂਕਿ ਪ੍ਰਾਪਰਟੀ ਦੀ ਵੈਲਿਊ ਇੰਨੀਆਂ ਵੱਧ ਚੁੱਕੀਆਂ ਕਿ ਆਪਾਂ ਉਹਦੀ ਇਕੁਇਟੀ ਯੂਜ਼ ਕਰਕੇ ਹੋਰ ਪ੍ਰਾਪਰਟੀਜ਼, ਹੋਰ ਇਨਵੈਸਟਮੈਂਟਸ ਜਾਂ ਪ੍ਰਾਈਵੇਟ ਮਾਰਕੀਟ ਦੇ ਵਿੱਚ ਪੈਸੇ ਇਨਵੈਸਟ ਕਰ ਸਕਦੇ ਹਾਂ। ਸੋ ਡਰਨ ਦੀ ਲੋੜ ਨਹੀਂ ਜੀ, ਨਵਿਆਂ ਨੂੰ ਵੀ ਤੇ ਪੁਰਾਣਿਆਂ ਨੂੰ ਵੀ, ਕਿਸੇ ਨੂੰ ਡਰਨ ਦੀ। ਬੇਸਿਕ ਗੱਲ ਇਹ ਹੈ ਕਿ ਸਾਨੂੰ ਇਨਫੋਰਮੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਮਾਰਗੇਜ ਬ੍ਰੋਕਰ ਕੋਲ ਜਾਂਦੇ ਆ, ਤੁਹਾਨੂੰ ਪੂਰਾ ਐਕਸਪਲੇਨੇਸ਼ਨ ਜਿਹੜੀ ਉਹਦੇ ਵੱਲੋਂ ਹੋਣੀ ਚਾਹੀਦੀ ਹੈ ਕਿ ਇਹ ਚੀਜ਼ ਹੈ, ਇਹ ਤੁਹਾਡੇ ਰਾਹ ਨੇ, ਆ ਡਿਫਰੈਂਟ ਵੇਜ਼ ਨੇ, ਹੁਣ ਤੁਹਾਡੀ ਇੱਛਾ ਹੈ, ਤੁਹਾਡੀ ਮਰਜ਼ੀ ਹੈ, ਤੁਸੀਂ ਕਿਹੜੇ ਵੇ ਤੇ ਜਾਣਾ ਤੇ ਉਹਦੇ ਲਈ ਤੁਹਾਡੀਆਂ ਰਿਕੁਆਇਰਮੈਂਟਸ ਜਿਹੜੀਆਂ ਨੇ ਤੇ ਉਹ ਰਿਕੁਆਇਰਮੈਂਟਸ ਮੀਟ ਕਰਦੀਆਂ ਕਿ ਨਹੀਂ ਕਰਦੀਆਂ। ਤੇ ਤੁਹਾਡੀ ਗੱਲ ਇਹ ਬੜੀ ਚੰਗੀ ਲੱਗਦੀ ਹੁੰਦੀ ਹੈ ਕਿ ਦਿਲ ਦੇ ਵਿੱਚ ਨਾ ਤੁਹਾਨੂੰ ਇੱਛਾ ਹੋਣੀ ਚਾਹੀਦੀ ਹੈ ਵੀ ਮੈਂ ਕਰ ਲੈਣਾ, ਪਹਿਲੀ ਗੱਲ, ਫੇਰ ਪਲਾਨ ਸ਼ੁਰੂ ਹੁੰਦਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਪੈਰਲਲੀ ਜਿਹੜੀਆਂ ਨੇ ਉਹ ਸਾਰੀਆਂ ਮੈਟਰ ਕਰਦੀਆਂ ਨੇ ਇਹ ਸਾਰੀਆਂ। ਪਰ ਹੁਣ ਲੋ ਇੰਟਰਸਟ ਰੇਟ ਦੀ ਅਸੀਂ ਗੱਲ ਕਰ ਰਹੇ ਹਾਂ। ਕਈ ਵਾਰ ਇਹ ਵੀ ਹੁੰਦਾ ਕਿ ਇੱਕ ਬੈਂਕ ਤੁਹਾਨੂੰ ਡਿਫਰੈਂਟ ਮਾਰਗੇਜ ਰੇਟ ਦਿੰਦੀ ਹੈ, ਇੱਕ ਬੈਂਕ ਡਿਫਰੈਂਟ ਦਿੰਦੀ ਹੈ। ਤੁਹਾਡੇ ਨਾਲ ਜਦੋਂ ਡੀਲ ਕਰਦੇ ਆ, ਤੁਸੀਂ ਹਰ ਬੈਂਕ ਤੋਂ ਡੀਲ ਕਰਕੇ ਤੁਸੀਂ ਦੱਸਦੇ ਆ ਕਿ ਡਿਫਰੈਂਟ ਬੈਂਕਸ ਹੈਗੀਆਂ ਨੇ। ਸੋ ਲੋ ਇੰਟਰਸਟ ਰੇਟ ਵੀ ਮਿਲ ਸਕਦਾ ਕਿਸੇ ਹੋਰ ਬੈਂਕ ਦੇ ਨਾਲ, ਇੱਕ ਬੈਂਕ ਦੀ ਜਿਹੜੀ ਆਪਸ਼ਨ ਨੂੰ ਛੱਡ ਕੇ ਦੂਜੀ ਬੈਂਕ 'ਚ ਜਾਂਦੇ ਆ ਤਾਂ? ਜੀ ਐਕਚੁਅਲੀ ਕੀ ਹੈ ਕਿ ਪ੍ਰਾਈਮ ਰੇਟ ਤਾਂ ਸੇਮ ਹੀ ਰਹੇਗਾ, ਕਿਉਂਕਿ ਉਹ ਬੈਂਕ ਆਫ ਕੈਨੇਡਾ ਦਾ ਹੈ। ਉਹ ਕਿਸੇ ਵੀ ਬੈਂਕ ਦਾ ਚੇਂਜ ਨਹੀਂ ਹੋ ਸਕਦਾ। ਬੈਂਕ ਆਫ ਕੈਨੇਡਾ ਨੇ ਇੱਕ ਪ੍ਰਾਈਮ ਰੇਟ ਦੇ ਦਿੱਤਾ, ਉਹਦੇ ਬੇਸ ਤੇ ਹੁਣ ਸਾਰੀਆਂ ਬੈਂਕਾਂ ਨੇ ਮਾਰਗੇਜ ਦੇਣੀ ਹੈ। ਬੈਂਕ ਅਗੇਨ ਤੁਹਾਡੀ ਇਨਕਮ, ਤੁਹਾਡੀ ਡਾਊਨ ਪੇਮੈਂਟ, ਤੁਹਾਡੀ ਪ੍ਰੀਮੀਅਮ ਦੇਣ ਦੀ, ਕਿਸ਼ਤ ਦੇਣ ਦੀ ਸ਼ਮਤਾ ਨੂੰ ਦੇਖ ਕੇ ਉਹਦੇ ਹਿਸਾਬ ਨਾਲ ਤੁਹਾਨੂੰ ਇੱਕ ਇੰਟਰਸਟ ਰੇਟ ਆਫਰ ਕਰਦੇ ਆ। ਜੇ ਫਿਕਸ ਆ, ਥੋੜਾ ਜ਼ਿਆਦਾ ਹੋਏਗਾ, ਉਹ ਆਫਰ ਕਰਦੇ ਆ। ਜੇ ਵੇਰੀਏਬਲ ਲੈਂਦੇ ਹੋ ਤੁਸੀਂ, ਕਿਉਂਕਿ ਤੁਸੀਂ ਵੀ ਰਿਸਕ ਲੈ ਰਹੇ ਹੋ ਤੇ ਬੈਂਕ ਵੀ ਰਿਸਕ ਲੈ ਰਿਹਾ। ਬੈਂਕ ਨੂੰ ਰਿਸਕ ਦੇ ਫਾਇਦਾ ਇਹ ਹੈ ਵੀ ਜੇ ਕੱਲ੍ਹ ਨੂੰ ਇੰਟਰਸਟ ਰੇਟ ਵੱਧਦਾ, ਤੁਹਾਡਾ ਵੇਰੀਏਬਲ ਰੇਟ ਵੀ ਵਧੇਗਾ। ਤੁਸੀਂ ਰਿਸਕ ਇਹ ਲੈ ਰਹੇ ਹੋ ਕਿ ਤੁਹਾਨੂੰ ਪਹਿਲਾਂ ਇੰਟਰਸਟ ਰੇਟ ਕਾਫੀ ਘੱਟ ਮਿਲ ਰਿਹਾ ਤੇ ਤੁਹਾਡੀ ਕਿਸ਼ਤ ਵੀ ਘਟੇਗੀ ਔਰ ਤੁਹਾਡਾ ਜਿਹੜਾ ਇਕੁਇਟੀ 'ਚ ਪੈਸੇ ਜ਼ਿਆਦਾ ਜਾਣਗੇ ਤੇ
ਉਸ ਦੇ ਉੱਤੇ ਵੇਰੀਏਬਲ ਰੇਟ ਦੇ ਉੱਤੇ ਬੈਂਕ ਤੁਹਾਨੂੰ ਘੱਟ ਰੇਟ ਦਿੰਦਾ। ਡੈਫੀਨੇਟਲੀ ਜਿਹੜਾ ਤੁਹਾਡਾ ਕੁਐਸਚਨ ਹੈ ਕਿ ਅਲੱਗ-ਅਲੱਗ ਬੈਂਕਾਂ ਅਲੱਗ-ਅਲੱਗ ਰੇਟ ਦਿੰਦੀਆਂ, ਹਾਂਜੀ ਦਿੰਦੀਆਂ ਨੇ, ਕਿਉਂਕਿ ਹਰ ਇੱਕ ਬੈਂਕ ਦਾ ਆਪ ਦਾ ਇੱਕ ਲੈਂਡਿੰਗ ਦਾ ਪ੍ਰੋਗਰਾਮ ਹੈ, ਆਪਣਾ ਇੱਕ ਲੈਂਡਿੰਗ ਦਾ ਡਿਪਾਰਟਮੈਂਟ ਹੈ। ਉਹ ਇੱਕ ਬਾਰ ਸੈੱਟ ਕਰ ਦਿੰਦੇ ਨੇ ਵੀ ਕਿਹੜੇ ਪਾਸਿਓਂ ਕਿੰਨੀ ਜਿਹੜੀ ਆ ਮਿਨੀਮਮ ਰੇਟ ਦੇ ਸਕਦੇ ਆ। ਕਈ ਬੈਂਕਾਂ ਬੜੀਆਂ ਅਗਰੈਸਿਵ ਨੇ, ਉਹ ਕਾਫੀ ਘੱਟ ਰੇਟ ਤੇ ਵੀ ਜਾ ਕੇ ਮੌਰਗੇਜ ਕਰਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਕੋਲ ਫੰਡ ਬਹੁਤ ਪਏ ਹੁੰਦੇ ਆ, ਬਹੁਤ ਸਾਰੇ ਡਿਪੋਜ਼ਿਟ ਆ ਜਾਂਦੇ। ਕਈ ਬੈਂਕਾਂ ਆਪਾਂ ਸਰੀ 'ਚ ਵੀ ਦੇਖ ਸਕਦੇ ਇਹੋ ਜਿਹੀਆਂ ਨੇ ਜਿੱਥੇ ਲਾਈਨਾਂ ਲੱਗੀਆਂ ਰਹਿੰਦੀਆਂ ਲੋਕਾਂ ਦੀਆਂ। ਤੇ ਜੇ ਇੱਥੇ ਜ਼ਿਆਦਾ ਲੋਕ ਜਾਣਗੇ, ਜੇ ਉਹ $50,000 ਵੀ ਆਪਣੇ ਸੇਵਿੰਗ ਅਕਾਊਂਟ ਛੱਡ ਦੇਣਗੇ ਤੇ ਉਹ ਲੱਖਾਂ ਡਾਲਰ ਬੈਂਕੋਂ ਇਕੱਠੇ ਹੋ ਜਾਂਦੇ ਆ, ਕਿਉਂਕਿ $50,000 ਪਏ ਆ ਪਰ ਬਹੁਤ ਜ਼ਿਆਦਾ ਲੋਕਾਂ ਦੇ ਪਏ ਨੇ, ਔਰ ਲੋਕਾਂ ਨੇ ਇੰਨੇ ਕੁ ਜ਼ਿਆਦਾ ਉਸ ਬੈਂਕ 'ਚ ਅਕਾਊਂਟ ਖੋਲ੍ਹੇ ਹੋਏ ਨੇ। ਉਹਦਾ ਕੋਈ ਵੀ ਰੀਜ਼ਨ ਹੋ ਸਕਦਾ ਵੀ ਕਿਉਂ ਖੋਲ੍ਹੇ ਨੇ, ਤੇ ਉਸ ਬੈਂਕ ਕੋਲ ਜੇ ਜ਼ਿਆਦਾ ਪੈਸੇ ਆ ਤਾਂ ਉਹਨਾਂ ਨੇ ਬੈਂਕ 'ਚ ਤਾਂ ਰੱਖਣੇ ਨਹੀਂ, ਉਹਨਾਂ ਨੇ ਵਿਆਜ ਤੇ ਦੇਣੇ ਆ। ਉਹਨਾਂ ਨੇ ਵਿਆਜ ਤੇ ਕਿਵੇਂ ਦੇਣੇ ਆ? ਮੌਰਗੇਜ ਦੇ ਕੇ, ਕ੍ਰੈਡਿਟ ਕਾਰਡ ਦੇ ਕੇ। ਸੋ ਉਹਨਾਂ ਕੋਲ ਜਿਹਨਾਂ ਕੋਲ ਜ਼ਿਆਦਾ ਪੈਸੇ ਨੇ ਉਹ ਕਈ ਵਾਰ ਘੱਟ ਵਿਆਜ ਤੇ ਵੀ ਪੈਸੇ ਦੇਣ ਨੂੰ ਰਾਜੀ ਹੋ ਜਾਂਦੇ ਆ ਵੀ ਚਲੋ ਪੈਸੇ ਕੀ ਕਰਨੇ ਆ, ਦਿਓ ਲੋਕਾਂ ਨੂੰ। ਔਰ ਲੋਕ ਜਦੋਂ ਤੁਹਾਡੇ ਕੋਲੋਂ ਮੌਰਗੇਜ ਲੈ ਜਾਣਗੇ, ਕ੍ਰੈਡਿਟ ਕਾਰਡ ਲੈ ਜਾਣਗੇ ਜਾਂ ਹੋਰ ਪ੍ਰੋਡਕਟ ਲੈ ਜਾਣਗੇ, ਫਿਰ ਉਹ 'ਤੇ ਉਹ ਵਿਆਜ ਲਾਉਂਦੇ ਆ, ਫਿਰ ਉਹਦੀ ਕਈ ਵਾਰ ਕੋਈ ਇੱਕ ਫੀਸ ਵੀ ਲਾ ਦਿੰਦੇ ਆ ਤੁਹਾਨੂੰ, ਫਿਰ ਉਹਦੀ ਰਿਨੇਬਲ ਆਉਂਦੀ ਆ, ਫਿਰ ਉਹਦੇ ਪੈਸੇ ਲੈ ਲੈਂਦੇ ਆ, ਤੇ ਬੰਦਾ ਜੇ ਅੱਗੇ ਪਿੱਛੇ ਕਿਸ਼ਤ ਕਰ ਦੇਵੇ ਉੱਤੇ ਪੈਨਲਟੀ ਵੀ ਲਾ ਦਿੰਦੇ ਆ। ਸੋ ਇਹ ਬੈਂਕ ਦਾ ਇੱਕ ਬਿਜ਼ਨਸ ਹੈ ਤੇ ਉਹਨਾਂ ਨੇ ਕਮਾਈ ਕਰਨੀ ਆ, ਔਰ ਉਹ ਕੰਪੀਟੀਸ਼ਨ ਵੀ ਹੈ। ਸੋ ਕੰਪੀਟੀਸ਼ਨ 'ਚੋਂ ਕਈ ਬੈਂਕਾਂ ਦੂਜਿਆਂ ਨਾਲੋਂ ਘੱਟ ਰੇਟ ਆਫਰ ਕਰਦੀਆਂ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਮੈਟਰ ਕਰਦੀਆਂ, ਸਿਰਫ ਇੱਕ ਚੀਜ਼ ਨਹੀਂ, ਬਹੁਤ ਸਾਰੀਆਂ ਚੀਜ਼ਾਂ। ਜਦੋਂ ਤੁਸੀਂ ਵੈਨ ਯੂ ਗੈਟ ਇਨਟੂ ਇਟ ਦੈਨ ਯੂ ਰਿਅਲਾਈਜ਼ ਕਿ ਕਿੰਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ, ਵੇਚ ਆਉਂਦੀਆਂ ਨੇ, ਪਰ ਉਹਦੇ ਲਈ ਪ੍ਰੋਪਰ ਰਾਹ ਹੋਣਾ ਚਾਹੀਦਾ। ਉਹਦੇ ਨਾਲ ਨਾਲ ਹੁਣ ਸ਼ਰਮਾ ਜੀ ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਤੇ ਕੋਵਿਡ ਦਾ ਅਸਰ ਹੋਇਆ, ਹੁਣ ਕਈਆਂ ਦੇ ਕੰਮ ਛੁੱਟ ਗਏ, ਕਈ ਅਨਇੰਪਲੋਇਡ ਹੋ ਗਏ, ਹੁਣ ਉਹਨਾਂ ਦਾ ਸਟੇਟਸ ਜਿਹੜਾ ਆ ਉਹ ਡਿਫਰੈਂਟ ਹੋ ਗਿਆ। ਪਹਿਲਾਂ ਉਹ ਵਧੀਆ ਆਪਣੀਆਂ ਪੇਮੈਂਟਸ ਦੇ ਰਹੇ ਸੀ, ਘਰ ਉਹਨਾਂ ਨੇ ਨਵਾਂ ਲਿਆ ਸੀ ਜਾਂ ਪੁਰਾਣਾ ਵੀ ਲਿਆ ਸੀ, ਪਰ ਉਹ ਹੁਣ ਅਫੋਰਡ ਨਹੀਂ ਕਰ ਰਹੇ ਕਿਸ਼ਤ ਦੇਣੀ। ਕੀ ਹੁਣ ਉਹ ਘਰਾਂ ਨੂੰ ਜਿੰਦੇ ਲਾ ਕੇ ਚਾਬੀ ਦੇ ਕੇ ਬੈਂਕ ਨੂੰ ਚਲੇ ਜਾਣ, ਜਾਂ ਫਿਰ ਉਹ ਆਪਣੀ ਦੁਬਾਰਾ ਰਿਵਾਈਜ਼ ਕਰਵਾ ਸਕਦੇ ਆ ਮੌਰਗੇਜ? ਕੀ ਆਪਸ਼ਨ ਹੋ ਸਕਦਾ ਹੈ? ਲੋਨ ਮੋਡੀਫਿਕੇਸ਼ਨ ਹੋ ਸਕਦੀ? ਹਾਂ, ਇਹ ਮੇਰੇ ਖਿਆਲ ਬਹੁਤ ਇੱਕ ਅੱਛਾ ਅਹਿਮ ਕੁਐਸਚਨ ਹੈ। ਜਿਨ੍ਹਾਂ ਨੂੰ ਕੋਵਿਡ ਕਰਕੇ ਕੋਈ ਇਸ਼ੂਜ਼ ਆਏ ਨੇ ਇਨਕਮ ਦੇ ਵਿੱਚ, ਪਹਿਲਾਂ ਤਾਂ ਕੈਨੇਡਾ ਦੀ ਗਵਰਨਮੈਂਟ ਦਾ ਆਪਾਂ ਥੈਂਕ ਯੂ ਸਾਰੇ ਕਰਦੇ ਹਾਂ ਕਿ ਇਹਨਾਂ ਨੇ ਕਿਸੇ ਨੂੰ ਵੀ ਬਾਜ਼ਾਰ 'ਚ ਜਾਂ ਕਹਿ ਲਓ ਵੀ ਇੱਦਾਂ ਹੀ ਨਹੀਂ ਛੱਡ ਦਿੱਤਾ, ਮਾਰਕੀਟ ਦੇ ਵਿੱਚ ਵੀ ਤੁਹਾਡਾ ਕੋਈ ਬਾਂਹ ਫੜਨ ਵਾਲਾ ਹੈ ਨਹੀਂ। ਗਵਰਨਮੈਂਟ ਨੇ ਬਾਂਹ ਫੜੀ ਔਰ ਸਭ ਨੂੰ $2,000 ਉਹਨਾਂ ਨੇ ਕੋਵਿਡ ਦੇ ਦਿੱਤੇ ਕਿ ਚਾਹੇ ਤੁਸੀਂ ਘਰੇ ਬੈਠੇ ਹੋ ਇੰਨੇ ਪੈਸੇ ਮਿਲਣਗੇ। ਸੋ ਉਹਨਾਂ ਪੈਸਿਆਂ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਜਿਹੜੇ ਖਰਚੇ ਚੱਲ ਗਏ। ਜਿਨ੍ਹਾਂ ਦੀ ਥੋੜ੍ਹੀ ਜਿਹੀ ਹਾਈ ਇਨਕਮ ਸੀਗੀ ਉਹ ਵਰਕ ਫਰੋਮ ਹੋਮ ਵੀ ਹੋ ਗਏ, ਤਾਂ ਉੱਥੋਂ ਉਹਨਾਂ ਨੂੰ ਇਨਕਮ ਆਉਂਦੀ ਰਹੀ। ਪਰ ਜਿਹੜਾ ਤੁਹਾਡਾ ਐਗਜ਼ੈਕਟ ਕੁਐਸਚਨ ਹੈ ਕਿ ਜਿਨ੍ਹਾਂ ਦੀ ਸੱਚੀ ਕਿਸੇ ਪਾਸੇ ਵੀ ਇਨਕਮ ਹੈ ਹੀ ਨਹੀਂ ਤੇ ਉਹ ਕਿਸ਼ਤਾਂ ਕਿਵੇਂ ਦੇਣਗੇ, ਵੀ ਘਰ ਛੱਡ ਦੇਣ, ਕੀ ਕਰ ਦੇਣ? ਡੈਫੀਨੇਟਲੀ ਤੁਹਾਡੀ ਜਿਹੜੀ ਮੌਰਗੇਜ ਆ ਮੋਡੀਫਾਈ ਹੋ ਸਕਦੀ ਹੈ। ਗਵਰਨਮੈਂਟ ਕਈ ਸਟੈਪਸ ਦੇ ਉੱਤੇ ਤੁਹਾਨੂੰ ਜਿਹੜੀਆਂ ਮੌਰਗੇਜ ਪੇਮੈਂਟਸ ਹੈ ਉਹਨਾਂ ਨੂੰ ਵੇਵ ਕਰਦੇ ਆ ਥੋੜ੍ਹੀ ਦੇਰ ਲਈ, ਤੁਸੀਂ ਉਹ ਵੀ ਕਰ ਸਕਦੇ ਹੋ। 6 ਮਹੀਨੇ ਨਹੀਂ ਪੇਮੈਂਟਾਂ ਦੇਣੀਆਂ, ਇਹ ਬੈਂਕ ਦੇ ਜਾ ਕੇ ਇੱਕ ਐਪਲੀਕੇਸ਼ਨ ਕਰਨੀ ਪੈਂਦੀ ਆ, ਉਹ ਫਿਰ 6 ਮਹੀਨੇ ਤੋਂ ਬਾਅਦ ਤੁਹਾਡੀ ਪੇਮੈਂਟ ਸ਼ੁਰੂ ਹੋਏਗੀ। ਉਹਦੇ ਵਿੱਚ ਇਹ ਹੋ ਸਕਦਾ ਕਿ ਜਿਹੜੀ ਤੁਹਾਡੀ ਅਮਾਊਂਟਾਈਜੇਸ਼ਨ ਵਧੇਗੀ ਜਾਂ ਉਹ ਪੇਮੈਂਟ ਤੁਸੀਂ ਅਗਲੇ ਮਹੀਨੇ ਤੁਹਾਡੇ ਕੋਲ ਰਿਕਵਰ ਕਰਨਗੇ। ਉਹ ਹਰੇਕ ਬੈਂਕ ਦੇ ਆਪਣੇ ਪ੍ਰੋਗਰਾਮਸ ਨੇ। ਸੋ ਇੱਕ ਤਾਂ ਤੁਹਾਨੂੰ ਇਹ ਸਪੋਰਟ ਮਿਲਦੀ ਹੈ, ਡੈਫਰ ਕਹਿ ਦਿੰਦੇ ਇਹਨੂੰ, ਪੇਮੈਂਟ ਡੈਫਰ ਕਰਨਾ। ਸੋ ਤੁਸੀਂ ਜੇ ਨਹੀਂ ਅਫੋਰਡ ਕਰ ਪਾ ਰਹੇ, ਤੁਹਾਡੇ ਕੋਲ ਜੌਬ ਚਲੀ ਗਈ ਹੈ, ਇਨਕਮ ਆ ਨਹੀਂ ਰਹੀ ਔਰ ਤੁਹਾਡੀ ਮੌਰਗੇਜ ਪੇਮੈਂਟ ਖੜੀ ਹੈ, ਤੁਸੀਂ ਆਪਣੀ ਬੈਂਕ ਦੇ ਨਾਲ ਜਾ ਕੇ ਗੱਲ ਕਰੋਗੇ ਤਾਂ ਮੌਰਗੇਜ ਡੈਫਰ ਕੀਤੀ ਜਾ ਸਕਦੀ ਹੈ। ਇਹ ਇੱਕ ਚੁਆਇਸ ਹੈ। ਦੂਜੀ ਚੁਆਇਸ ਇਹ ਹੁੰਦੀ ਹੈ ਵੀ ਜੇ ਤੁਸੀਂ ਘਰ 'ਚ ਰਹਿ ਰਹੇ ਹੋ ਔਰ ਪੇਮੈਂਟ ਨਹੀਂ ਚੱਲ ਰਹੀ ਤੇ ਬੇਸਮੈਂਟ ਹੈ ਤੁਹਾਡੇ ਘਰ ਦੇ ਵਿੱਚ ਜਾਂ 2 ਬੇਸਮੈਂਟਸ ਨੇ ਤੁਹਾਡੇ ਘਰ ਦੇ ਵਿੱਚ ਤੇ ਉੱਪਰ ਤੁਸੀਂ ਰਹਿੰਦੇ ਹੋ, ਤੁਸੀਂ ਡਾਊਨਗ੍ਰੇਡ ਕਰ ਲਓ, ਆਪ ਬੇਸਮੈਂਟ ਚਲੇ ਜਾਓ, ਉੱਪਰੋਂ ਰੈਂਟ ਤੇ ਕਰ ਦਿਓ। ਸੋ ਇਹ ਵੀ ਇੱਕ ਆਪਸ਼ਨ ਆਪਣੇ ਕੋਲ ਹੋ ਸਕਦੀ ਹੈ। ਉੱਪਰੋਂ ਰੈਂਟ ਜ਼ਿਆਦਾ ਆ ਜਾਏਗਾ, ਤੁਸੀਂ ਬੇਸਮੈਂਟ 'ਚ ਥੋੜ੍ਹੀ ਦੇਰ ਗੁਜ਼ਾਰਾ ਕਰ ਲਓ, ਦੁਬਾਰਾ ਜੌਬਾਂ ਚੱਲ ਪੈਣਗੀਆਂ, ਉੱਥੋਂ ਤੁਹਾਡੀ ਇਨਕਮ ਆ ਜਾਏਗੀ, ਫਿਰ ਤੁਸੀਂ ਰਿਵਰਸ ਕਰ ਸਕਦੇ ਹੋ। ਤੀਜੀ ਆਪਸ਼ਨ ਤੁਹਾਡੇ ਕੋਲ ਇਹ ਹੈ ਵੀ ਤੁਹਾਡੇ ਘਰ 'ਚ ਇਕੁਇਟੀ ਬਣੀ ਹੋਈ ਹੈ ਔਰ ਤੁਹਾਡੇ ਕੋਲ ਪੈਸੇ ਪੇਮੈਂਟ ਦੇਣੀ ਹੈਗੀ। ਸੋ ਅਸੀਂ ਤੁਹਾਨੂੰ ਉਸ ਪ੍ਰਾਪਰਟੀ ਨੂੰ, ਉਸ ਤੁਹਾਡੇ ਘਰ ਨੂੰ ਰੀਫਾਈਨਾਂਸ ਕਰਕੇ ਤੁਹਾਨੂੰ ਐਕਸਟਰਾ ਪੈਸੇ ਲੈ ਦਾਂਗੇ, $1,00,000, $2 ਲੱਖ, $4 ਲੱਖ, ਜਿੰਨਾ ਵੀ ਚਾਹੀਦਾ ਉਹਨੂੰ ਆਪਣੇ ਸੇਵਿੰਗ ਅਕਾਊਂਟ 'ਚ ਰੱਖ ਲਓ ਤੇ ਸਾਲ ਦੀਆਂ ਕਿਸ਼ਤਾਂ ਉੱਥੋਂ ਚਲਾਈ ਜਾਓ। ਕਿਉਂ ਘਰ ਨੂੰ ਛੱਡਣਾ ਜਾਂ ਘਰ ਨੂੰ ਤਾਲਾ ਲਾਉਣਾ ਇੱਕ ਬਹੁਤ ਵਧੀਆ ਸੋਲਿਊਸ਼ਨ ਨਹੀਂ ਹੈਗਾ। ਉਹਦੀਆਂ ਜਿਹੜੀਆਂ ਕਿਸ਼ਤਾਂ ਦੇਣ ਲਈ ਮਨੀ ਅਰੇਂਜ ਕਰਨੀ ਮੈਨੂੰ ਲੱਗਦਾ ਇੱਕ ਅੱਛਾ ਸੋਲਿਊਸ਼ਨ ਹੈਗਾ। ਪਰ ਜੇ ਤੁਹਾਡੇ ਘਰ ਜ਼ਿਆਦਾ ਇਕੁਇਟੀ ਹੈਗੀ ਆ ਫਿਰ ਤਾਂ ਅਸੀਂ ਤੁਹਾਨੂੰ ਪੈਸੇ ਇੰਨੇ ਕੁ ਲੈ ਦੇਣੇ ਆ ਕਿ ਉਸ ਇਕੁਇਟੀ ਤੋਂ ਹੀ ਤੁਹਾਡੀ ਇਨਕਮ ਬਣ ਜਾਇਆ ਕਰਨੀ ਹੈ ਜੀ। ਇਹ ਜਿਹੜਾ ਲਾਸਟ ਵਾਲਾ ਆਪਸ਼ਨ ਹੈ ਸਰ ਮੈਨੂੰ ਸਭ ਤੋਂ ਬੈਸਟ ਲੱਗਿਆ ਹੈ। ਸੋ ਇਕੁਇਟੀ ਬਣ ਸਕਦੀ ਹੈ। ਹੁਣ ਦੇਖੋ ਮੋਡੀਫਿਕੇਸ਼ਨ ਕਰਵਾ ਲਈ ਹੈ ਅਸੀਂ, ਮੋਡੀਫਾਈਡ ਹੋ ਗਿਆ, ਤਾਂ ਹੁਣ ਅਸੀਂ ਅੱਜ ਤਾਂ ਇੰਟਰਸਟ ਰੇਟ ਦੀ ਗੱਲ ਕਰ ਰਹੇ ਹਾਂ, ਹੁਣ ਉਹ ਮੋਡੀਫਿਕੇਸ਼ਨ ਦੇ ਉੱਤੇ ਇੰਟਰਸਟ ਰੇਟ ਵੀ ਨਵੇਂ ਸਿਰੇ ਤੋਂ ਹੋਣਗੇ। ਡੈਫੀਨਿਟਲੀ ਜੇ ਆਪਾਂ ਨੂੰ ਰੀਫਾਈਨਾਂਸ ਕਰਦੇ ਹਾਂ ਤੇ ਇੰਟਰਸਟ ਰੇਟ ਜਿਹੜਾ ਅੱਜ ਮਿਲੇਗਾ ਉਹਨਾਂ ਨੂੰ ਉਹ ਡਿਫਰੈਂਟ ਹੋਏਗਾ। ਡੈਫੀਨਿਟਲੀ ਡਿਫਰੈਂਟ ਹੋਏਗਾ। ਅੱਜ ਇੰਟਰਸਟ ਰੇਟ ਕਾਫੀ ਘੱਟ ਨੇ। ਜੇ ਕਿਸੇ ਨੇ ਸਾਲ, 1.5 ਸਾਲ, 2 ਸਾਲ ਪਹਿਲਾਂ ਵੀ ਮੌਰਗੇਜ ਲਈ ਸੀ ਨਾ ਜੀ, ਉਹਨਾਂ ਨੂੰ ਜ਼ਿਆਦਾ ਇੰਟਰਸਟ ਰੇਟ ਸੀ ਐਕਚੁਅਲੀ। ਜਿਨ੍ਹਾਂ ਰੀਸੈਂਟ ਲੈ ਰਹੇ ਨੇ ਉਹਨਾਂ ਨੂੰ ਜਿਵੇਂ ਮੈਂ ਦੱਸਿਆ ਕਿ
ਥੱਲੇ ਤੋਂ ਥੱਲੇ ਜੇ ਆਪਾਂ ਘੱਟ ਤੋਂ ਘੱਟ ਗੱਲ ਕਰਦੇ ਹਾਂ 0.99 ਤੱਕ ਵੀ ਕਈ ਬੈਂਕਾਂ ਜੀ ਰੇਟ ਦਿੰਦੀਆਂ, ਪਰ 1.25 ਦੀ ਮੈਂ ਗੱਲ ਕੀਤੀ ਸੀ, ਇਹ ਤਾਂ ਨਾਰਮਲ ਗੱਲ ਹੈ। 1.25 ਕਾਫੀ ਲੋਕ ਕੁਆਲੀਫਾਈ ਕਰ ਜਾਂਦੇ ਨੇ, ਸੋ ਇਹ ਕਾਫੀ ਘੱਟ ਰੇਟ ਹੈ। ਅੱਜ ਇਹ ਰੇਟ ਮਿਲ ਸਕਦਾ ਜੀ। ਸੋ ਇੰਟਰਸਟ ਰੇਟ ਦੇਖਣਾ ਪੈਣਾ ਹੈ ਕਿ ਤੁਹਾਡੇ ਕੋਲ ਕਿਹੜੀ ਹੈਗੀ ਆ ਲੋਨ ਹੈਗਾ ਆ, ਕਿਹੜੀ ਮੌਰਗੇਜ ਹੈਗੀ ਆ, ਵੇਰੀਏਬਲ ਹੈ, ਫਿਕਸਡ ਹੈ, ਜਾਂ ਕਿਹੜੀ ਤੁਸੀਂ ਲੈਣੀ ਚਾਹੁੰਦੇ ਆ, ਕਿਸ ਤਰ੍ਹਾਂ ਦੇ ਨਾਲ ਸਰਕਮਸਟੈਂਸਸ ਹੈ। ਜਿਵੇਂ ਮੈਂ ਸ਼ੁਰੂ ਚ ਕਿਹਾ ਕਿ देयर इज नो वन ਸਾਈਜ਼ ਫਿਟਸ ਆਲ, ਇਹ ਸਾਰਿਆਂ ਦੇ ਲਈ ਨਹੀਂ ਕਿ ਮੈਂ ਅੱਜ ਇਹ ਮੌਰਗੇਜ ਲਈ ਹੈ, ਮੈਨੂੰ ਕੋਈ ਪੁੱਛ ਕੇ ਗਿਆ ਕਿ ਤੁਸੀਂ ਇਹ ਮੌਰਗੇਜ ਲਈ ਹੈ, ਕੱਲ ਨੂੰ ਤੁਹਾਡੇ ਕੋਲ ਕੋਈ ਆ ਕੇ ਕਵੇ ਕਿ ਉਹ ਅਰਸ਼ਦੀਪ ਨੇ ਉਹ ਮੌਰਗੇਜ ਲਈ ਸੀ, ਸਾਨੂੰ ਵੀ ਸੇਮ ਮੌਰਗੇਜ ਲੈ ਕੇ ਦਿਓ। ਸੋ ਸਾਰਿਆਂ ਦੇ ਰਿਕੁਆਇਰਮੈਂਟ ਡਿਫਰੈਂਟ ਨੇ, ਸਾਰਿਆਂ ਦਾ ਆਪਣਾ ਬੈਂਕ ਬੈਲੈਂਸ ਹੈ, ਆਪਣਾ ਕ੍ਰੈਡਿਟ ਸਕੋਰ ਹੈ। ਪਰ ਬਹੁਤ ਸਾਰੇ ਲੋਕ ਜਦੋਂ ਆਪਣਾ ਪ੍ਰੋਗਰਾਮ ਦੇਖਦੇ ਨੇ ਸਵਾਲ ਪੁੱਛਦੇ ਨੇ ਕਿ ਕ੍ਰੈਡਿਟ ਸਕੋਰ, ਆਪਾਂ ਬਹੁਤ ਵਾਰ ਗੱਲ ਕੀਤੀ ਹੈ ਕਿ ਕ੍ਰੈਡਿਟ ਸਕੋਰ ਹੋਣਾ ਚਾਹੀਦਾ ਹੈ, ਕ੍ਰੈਡਿਟ ਸਕੋਰ ਗੁੱਡ ਹੋਣਾ ਚਾਹੀਦਾ, ਤੇ ਇਹ ਪੁੱਛਦੇ ਨੇ ਕਿੰਨਾ ਕ੍ਰੈਡਿਟ ਸਕੋਰ ਜਿਹੜਾ ਹੈ ਉਹ ਗੁੱਡ ਮੰਨਿਆ ਜਾਂਦਾ, ਐਕਸੀਲੈਂਟ ਮੰਨਿਆ ਜਾਂਦਾ। ਦੇਖੋ, ਵੈਸੇ ਤਾਂ ਹਰ ਇੱਕ ਬੈਂਕ ਦੀ ਆਪਦੀ ਪਾਲਿਸੀ ਹੈ, ਹਰੇਕ ਲੈਂਡਰ ਜਿਹੜਾ ਹੈ ਆਪਣੇ ਹਿਸਾਬ ਨਾਲ ਦੇਖਦਾ ਚੀਜ਼ਾਂ ਨੂੰ, ਪਰ ਆਪਾਂ ਮੋਟੇ ਤੌਰ ਤੇ ਕਹਿ ਸਕਦੇ ਹਾਂ ਕਿ ਜੇ ਕਿਸੇ ਦਾ 650 to 680 ਦੇ ਵਿਚਕਾਰ ਹੈ, ਉਹਨੂੰ ਗੁੱਡ ਮੰਨਿਆ ਜਾਂਦਾ ਕ੍ਰੈਡਿਟ ਸਕੋਰ ਨੂੰ। ਬੀਕਨ ਸਕੋਰ ਵੀ ਕਈ ਇਹਨੂੰ ਕਹਿੰਦੇ ਨੇ। ਉਹ ਚੈੱਕ ਕਰਨ ਲਈ ਕਈ ਐਪਸ ਹੈਗੀਆਂ ਨੇ, ਉੱਥੋਂ ਚੈੱਕ ਕੀਤਾ ਜਾ ਸਕਦਾ। ਪਰ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਕ੍ਰੈਡਿਟ ਸਕੋਰ ਥੋੜਾ ਬਹੁਤਾ ਖਰਾਬ ਹੋਇਆ ਕਿਸੇ ਕਾਰਨ, ਉਹਦੇ ਲਈ ਸਲਾਹ ਕੀਤੀ ਜਾ ਸਕਦੀ ਹੈ। ਕ੍ਰੈਡਿਟ ਸਕੋਰ ਇੰਪਰੂਵ ਕੀਤਾ ਜਾ ਸਕਦਾ ਆਪਣੀਆਂ ਬਿੱਲ ਪੇਮੈਂਟ ਹੈਬਿਟਸ ਤੇ ਆਪਣੀਆਂ ਸਪੈਂਡਿੰਗ ਹੈਬਿਟਸ ਨੂੰ ਠੀਕ ਕਰਨ ਦੇ ਨਾਲ। ਤੁਸੀਂ ਕ੍ਰੈਡਿਟ ਕਾਰਡ ਤੋਂ ਕਿੰਨੇ ਕੁ ਪੈਸੇ ਚੱਕਦੇ ਹੋ, ਕਿਵੇਂ ਚੱਕਦੇ ਹੋ, ਕਿਵੇਂ ਮੋੜਦੇ ਹੋ, ਕਿਵੇਂ ਤੁਸੀਂ ਕ੍ਰੈਡਿਟ ਸਕੋਰ ਨੂੰ ਆਪਣੇ ਨੂੰ ਬੈਟਰ ਕਰ ਸਕਦੇ ਹੋ, ਉਹਦੇ ਵਾਸਤੇ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਮੌਰਗੇਜ ਬ੍ਰੋਕਰ ਨਾਲ ਜਾਂ ਮੇਰੇ ਨਾਲ ਕੰਸਲਟ ਕਰੋ। ਆਪਾਂ ਗਾਈਡ ਕਰਾਂਗੇ, ਪਲਾਨ ਬਣਾਵਾਂਗੇ। ਪਲਾਨ ਦੇ ਨਾਲ ਹੀ ਹੁੰਦੀ, ਹੁਣ ਦੇਖੋ ਨਾ ਜੀ, ਘਰ 'ਚ ਰੋਟੀ ਵੀ ਬਣਾਉਣੀ ਹੋਵੇ ਤਾਂ ਵੀ ਪਲਾਨ ਕਰੀਦਾ ਨਾ। ਆਟਾ, ਫਿਰ ਆਟਾ ਗੁੰਨਣਾ, ਫਿਰ ਆਪਾਂ ਤਵਾ ਗਰਮ ਕਰਨਾ, ਫਿਰ ਆਪਾਂ ਸਬਜ਼ੀ ਕੱਟਣੀ, ਫਿਰ ਆਪਾਂ ਪਿਆਜ਼ ਕੱਟਣੇ, ਫਿਰ ਆਪਾਂ ਤੁੜਕਾ ਲਾਉਣਾ, ਫਿਰ ਖਾਣਾ। ਪਲੈਨਿੰਗ ਹੀ ਹੈ ਨਾ ਜੀ ਇਹ ਸਾਰੀ। ਇਹ ਫਾਈਨੈਂਸ਼ੀਅਲ ਪਲੈਨਿੰਗ ਦੀ ਲੋੜ ਹੈ। ਔਰ ਕਈ ਵਾਰ ਲੋਕ ਇਹ ਸੋਚਦੇ ਨੇ ਸਾਨੂੰ ਫਾਈਨੈਂਸ਼ੀਅਲ ਪਲੈਨਰ ਦੀ ਕੀ ਲੋੜ ਹੈ ਜੀ, ਅਸੀਂ ਕਿਸੇ ਨਾਲ ਕਾਹਤੇ ਗੱਲ ਕਰੀਏ, ਸਾਡੀਆਂ ਆਪਣੀਆਂ ਪਰਸਨਲ ਇਨਫੋਰਮੇਸ਼ਨਸ ਨੇ। ਪਰ ਉਹ ਕਿਸੇ ਨਾਲ ਤਾਂ ਕਿਸੇ ਨਾਲ ਸ਼ੇਅਰ ਤੁਹਾਨੂੰ ਕਰਨੀਆਂ ਪੈਣੀਆਂ ਨਾ ਜੀ। ਜੇ ਆਪਾਂ ਨੂੰ ਕੋਈ ਦੁੱਖ ਹੈ, ਉਹ ਡਾਕਟਰ ਨੂੰ ਦਾ ਦੁੱਖ ਦੱਸਣਾ ਹੀ ਪੈਣਾ। ਉਹ ਜਿੱਦਾਂ ਆਪਾਂ ਸਰੀਰਕ ਡਾਕਟਰ ਕੋਲ ਜਾਂਦੇ ਆ, ਇਹ ਫਾਈਨੈਂਸ਼ੀਅਲ ਡਾਕਟਰ ਨੇ। ਆਪਾਂ ਗੱਲ ਕਰਾਂਗੇ ਆਪਣੇ ਫਾਈਨੈਂਸ਼ੀਅਲ ਡਾਕਟਰਾਂ ਦੇ ਨਾਲ, ਤੇ ਉਹ ਡਾਕਟਰ ਸਾਹਿਬ ਵੀ ਤੁਹਾਡਾ ਇਲਾਜ ਤਾਂ ਡੈਫੀਨੇਟਲੀ ਵਧੀਆ ਕਰਨਗੇ ਔਰ ਤੁਹਾਨੂੰ ਬਹੁਤ ਸਾਰਾ ਫਾਈਨੈਂਸ਼ੀਅਲ ਬੈਨੀਫਿਟ ਹੋ ਸਕਦਾ। ਪਰ ਐਟ ਦੀ ਐਂਡ ਸਾਰਿਆਂ ਦੀ ਗੱਲਬਾਤ ਸੁਣ ਕੇ ਡਿਸੀਜਨ ਤਾਂ ਆਪ ਹੀ ਲੈਣਾ। ਬਿਲਕੁਲ, ਸੋ ਆਪ ਲਓ। ਨੌਲੇਜ 'ਚ ਵਾਧਾ ਹੁੰਦਾ। ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਸੀਂ ਨਹੀਂ ਵੀ ਯੂਜ਼ ਕਰਨੀ, ਪਰ ਨੌਲੇਜ ਲਓ, ਇਨਫੋਰਮੇਸ਼ਨ ਲਓ, ਉਸ ਤੋਂ ਬਾਅਦ ਡਿਸਾਈਡ ਕਰੋ ਜੋ ਜੀ ਕਰਦਾ ਕਰੋ। ਬਿਲਕੁਲ, ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਇਨਫੋਰਮੇਸ਼ਨ ਇਸੇ ਤਰ੍ਹਾਂ ਦਿੰਦੇ ਰਹੋ, ਸਾਡੀ ਨੌਲੇਜ ਦੇ ਵਿੱਚ ਵਾਧਾ ਕਰਦੇ ਰਹੋ ਕਿ ਕਿਸ ਤਰ੍ਹਾਂ ਦੇ ਨਾਲ ਮੌਰਗੇਜ ਇੰਡਸਟਰੀ ਚੱਲਦੀ ਹੈ, ਕਿਸ ਤਰ੍ਹਾਂ ਦੇ ਨਾਲ ਨਵੀਂ ਚੀਜ਼ ਆ ਰਹੀ ਹੈ, ਕੁਝ ਨਵੇਂ ਟਿਪਸ ਕਿਹੜੇ ਦਿੱਤੇ ਜਾ ਰਹੇ ਨੇ। ਤਾਂ ਹਮੇਸ਼ਾ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਟਿਪਸ ਵੀ ਦਿੰਦੇ। ਅੱਜ ਦੇ ਲਈ ਕੀ ਟਿਪ ਹੋਏਗਾ ਸਾਡੇ ਵਿਊਅਰਸ ਦੇ ਲਈ? ਹਾਂਜੀ, ਅੱਜ ਦੇ ਲਈ ਇਹ ਟਿਪ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪਹਿਲੀ ਤੋਂ ਜਿਹੜੀ ਦੂਜੀ ਪ੍ਰਾਪਰਟੀ ਲੈਣ ਜਾ ਰਹੇ ਨੇ, ਉਹ ਪ੍ਰਾਪਰਟੀ ਲੈਣ ਵਾਸਤੇ ਜੇ ਉਹਨਾਂ ਨੇ ਆਪਣੀ ਘਰ ਦੀ ਇਕੁਇਟੀ ਚੈੱਕ ਕਰਨੀ ਹੈ ਤੇ ਉਹ ਮੈਨੂੰ ਕੰਟੈਕਟ ਕਰ ਸਕਦੇ ਆ। ਅਪ ਟੂ 80% ਤੱਕ ਅਸੀਂ ਲੋਨ ਕਰਵਾ ਕੇ, ਰੀਫਾਈਨਾਂਸ ਕਰਾ ਕੇ ਉਹ ਇਕੁਇਟੀ ਯੂਜ਼ ਕਰ ਸਕਦੇ ਹਾਂ। ਉਹ ਜਿਹੜੀ ਇਕੁਇਟੀ ਹੈ ਤੁਹਾਡੀ, ਉਹ ਇੱਕ ਕਿਸਮ ਦਾ ਟ੍ਰੈਜਰ ਹੈ, ਖਜ਼ਾਨਾ ਜਿਹਦੇ ਉੱਪਰ ਤੁਸੀਂ ਬੈਠੇ ਹੋਏ ਹੋ, ਪਰ ਉਹਦਾ ਖਜ਼ਾਨੇ ਦਾ ਕੋਈ ਫਾਇਦਾ ਲੈ ਨਹੀਂ ਰਹੇ। ਸੋ ਇਸ ਖਜ਼ਾਨੇ ਨੂੰ ਆਪਣੀ ਤੰਦਰੁਸਤੀ ਵਿੱਚ, ਆਪਣੀ ਜੀਂਦੇ ਜੀ ਯੂਜ਼ ਕਰੋ ਔਰ ਆਪਣੀ ਲਾਈਫ ਨੂੰ ਬੈਟਰ ਕਰੋ। ਉਹਦੇ ਵਾਸਤੇ ਤੁਸੀਂ ਸਿਰਫ ਇੱਕ ਮੈਨੂੰ ਕਾਲ ਕਰਨੀ ਹੈ ਔਰ ਮੈਂ ਤੁਹਾਨੂੰ ਦੱਸੂੰਗਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਇਕੁਇਟੀ ਬਣੀ ਹੋਈ ਹੈ ਉਹਦਾ ਕਿਵੇਂ ਬੈਸਟ ਇਸਤੇਮਾਲ ਕਰ ਸਕਦੇ ਆ। ਉਹਦਾ ਇਸਤੇਮਾਲ ਕਰਕੇ ਤੁਸੀਂ ਦੂਸਰੀ ਪ੍ਰਾਪਰਟੀ ਲੈ ਸਕਦੇ ਹੋ, ਕੋਈ ਹਾਈ ਰਾਈਜ਼ ਦੇ ਵਿੱਚ ਕੌਂਡੋ ਲੈ ਸਕਦੇ ਹੋ, ਜਾਂ ਟਾਊਨ ਹਾਊਸ ਲੈ ਸਕਦੇ ਹੋ, ਜਾਂ ਫਿਰ ਤੁਸੀਂ ਉਸ ਮਨੀ ਨੂੰ ਪ੍ਰਾਈਵੇਟ ਮਾਰਕੀਟ ਦੇ ਵਿੱਚ ਕਿਵੇਂ ਇਨਵੈਸਟ ਕਰ ਸਕਦੇ ਹੋ ਔਰ ਉਹਦਾ ਜ਼ਿਆਦਾ ਫਾਇਦਾ ਲੈ ਸਕਦੇ ਹੋ। ਔਰ ਆਪਣੇ ਜੀਵਨ ਨੂੰ ਤੁਸੀਂ ਖੁਸ਼ਹਾਲ ਬਣਾਓ, ਸੁਖਮय ਬਣਾਓ ਔਰ ਸਵਸਥ ਜੀਵਨ ਜੀਓ। ਔਰ ਇਹਦੇ ਲਈ ਤੁਹਾਨੂੰ ਥੋੜੇ ਪੈਸੇ ਦੀ ਲੋੜ ਹੁੰਦੀ ਹੈ। ਪੈਸਾ ਤੁਹਾਨੂੰ ਅਸੀਂ ਤੁਹਾਡੇ ਘਰਾਂ ਦੇ ਵਿੱਚੋਂ ਇਕੁਇਟੀ ਦੇ ਰੂਪ 'ਚ ਕੱਢ ਕੇ ਦੇਵਾਂਗੇ ਜੀ। ਵੈਰੀ ਨਾਈਸ, ਬੜਾ ਵਧੀਆ ਟਿਪ ਹੈ ਅੱਜ ਦੇ ਲਈ। ਸੋ ਅਗਲੇ ਹਫਤੇ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ, ਤੁਹਾਡੇ ਤੋਂ ਸਵਾਲ ਪੁੱਛੇ ਜਾਣਗੇ, ਤੁਹਾਡੇ ਤੋਂ ਇਨਫੋਰਮੇਸ਼ਨ ਲਈ ਜਾਵੇਗੀ। ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਅਰਸ਼ ਜੀ, ਤੁਹਾਨੂੰ ਔਰ ਸਾਰੇ ਦਰਸ਼ਕਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ। ਥੈਂਕ ਯੂ ਜੀ। ਸੋ ਅੱਜ ਗੱਲਬਾਤ ਹੋਈ ਬਹੁਤ ਵਧੀਆ ਮੌਰਗੇਜ ਬ੍ਰੋਕਰ ਮਿਸਟਰ ਵਿਰੇ ਸ਼ਰਮਾ ਦੇ ਨਾਲ। ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਆ, ਤੁਸੀਂ ਬਹੁਤ ਸਾਰਿਆਂ ਨੇ ਉਹਨਾਂ ਤੋਂ ਮੌਰਗੇਜ ਕਰਵਾਈ ਵੀ ਹੋਣੀ ਹੈ। ਜਿਨ੍ਹਾਂ ਨੇ ਨਹੀਂ ਕਰਵਾਈ, ਫੋਨ ਚੁੱਕੋ, ਇਹਨਾਂ ਦੇ ਨਾਲ ਗੱਲਬਾਤ ਕਰੋ, ਈਮੇਲ ਕਰ ਸਕਦੇ ਆ ਤੁਸੀਂ। ਜੇ ਤੁਹਾਡਾ ਕੋਈ ਸਵਾਲ ਹੈ ਪ੍ਰੋਗਰਾਮ ਦੇ ਵਿੱਚ ਪੁੱਛਣਾ ਚਾਹੁੰਦੇ ਆ ਤਾਂ ਵੀ ਸਾਨੂੰ ਈਮੇਲ ਕੀਤੀ ਜਾ ਸਕਦੀ ਹੈ, ਈਮੇਲ ਕਰ ਸਕਦੇ ਆ, ਫੋਨ ਕਰ ਸਕਦੇ ਆ ਤੇ ਆਪਣੇ ਸਵਾਲ ਸਾਡੇ ਤੱਕ ਪਹੁੰਚਾ ਸਕਦੇ ਆ। ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
ਪਲੀਜ਼ ਸਬਸਕ੍ਰਾਈਬ ਆवर ਚੈਨਲ ਐਂਡ ਪ੍ਰੈਸ ਦ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।